ਭਾਈ ਭਗਵਾਨ ਸਿੰਘ ਜੀ ਖੋਜੀ ਜਿਹੜੇ ਇਤਿਹਾਸ ਨੂੰ ਖੋਜ ਰਹੇ ਨੇ, क्योंकि बहुत सारा इतिहास अणगौलिया होया है। भाई साहब जी, तुसी हर जगह असीं देखते हैं कि हौली हौली पहुँच के उत्थों जाके खोज करते हो। रणजीत नगारे की ही गल कर लेंदे कि वो खोज कित्थों तक पहुँची। बिल्कुल जी, रणजीत नगारे की खोज साडी बहुत नेड़े तक पहुँच चुकी है जी। ਜਿਹੜੇ ਜਰਨੈਲ ਸੀਗੇ ਕਿ ਜਦੋਂ ਚਮਕੌਰ ਦੀ ਗੜੀ ਦੇ ਵਿੱਚ ਵੱਡੇ ਸਾਹਿਬਜ਼ਾਦੇ ਸ਼ਹੀਦ ਹੁੰਦੇ ਨੇ, ਉਸ ਸਮੇਂ ਉਹਨਾਂ ਦੇ ਕੋਲ ਨਗਾਰਾ ਹੱਥ ਲੱਗ ਜਾਂਦਾ। ਉਹ ਮਲੇਰਕੋਟਲੇ ਤੋਂ ਬੜਬੜ ਪਿੰਡ ਵਿੱਚ ਆ ਜਾਂਦਾ ਤੇ ਉਹਨੂੰ ਲੁਕੋ ਕੇ ਤਹਿਖਾਨੇ ਦੇ ਵਿੱਚ ਰੱਖਿਆ ਜਾਂਦਾ ਔਰ ਉੱਥੇ ਲੋਕਾਂ ਨੇ ਹੱਥ ਵੀ ਪਾਇਆ, ਪਰ ਫਿਰ ਵਾਪਸ ਰੁਕ ਜਾਂਦੀ ਸੀ, ਕੋਈ ਨਾ ਕੋਈ ਦਿੱਕਤਾਂ ਆ ਜਾਂਦੀ ਸੀ, ਜਾਂ ਤਾਂ ਕੰਮ ਪ੍ਰੋਪਰ ਤਰੀਕੇ ਨਾਲ ਕਰ ਨਹੀਂ ਸੀ ਸਕਦੇ। ਉਸ ਤੋਂ ਬਾਅਦ ਅੱਜ ਉਹ ਨਗਾਰਾ ਦੱਸਦੇ ਨੇ ਕਿ ਜ਼ਮੀਨ ਦੇ ਵਿੱਚ ਤਹਿਖਾਨੇ ਦੇ ਵਿੱਚ ਹੈ। ਇਤਿਹਾਸ ਨਾਲ ਜੁੜੀਆਂ ਹੋਈਆਂ ਚੀਜ਼ਾਂ ਸਾਂਭਣੀਆਂ ਬਹੁਤ ਜ਼ਰੂਰੀ ਹੁੰਦੀਆਂ ਨੇ, ਕਿਉਂਕਿ ਉਹ ਸਾਨੂੰ ਇਤਿਹਾਸ ਨੂੰ ਯਾਦ ਕਰਾਉਂਦੀਆਂ ਨੇ। ਦੀਦਾਰ ਖਾਲਸੇ ਦਾ ਉਹਨਾਂ ਦਾ ਕਰੈਕਟਰ ਕੀ ਹੈ? ਜਦੋਂ ਅਸੀਂ ਇਹਦਾ ਮਤਲਬ ਇਹ ਨਹੀਂ ਕਿ ਦਸਤਾਰ ਸਜਾਈ ਅਸੀਂ ਉਹਦੇ ਅੰਦਰੋਂ, ਨਹੀਂ, ਉਹਨਾਂ ਦਾ ਕਰੈਕਟਰ ਕੀ ਰਿਹਾ, ਉਹ ਜਿਹੜਾ ਸਾਡਾ ਖਾਲਸਾ ਕਿੱਦਾਂ ਦਾ ਸੀ, ਉਹਦੇ ਅੰਦਰੋਂ ਗੁਰੂ ਦੇ ਦੀਦਾਰ ਕਰਨੇ ਨੇ। ਤੇ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਸੰਬੰਧਿਤ ਚੀਜ਼ਾਂ ਸਾਡੀ ਕੌਮ ਦੀ ਵਿਰਾਸਤ ਨੇ। ਜਿਹੜੀਆਂ ਕੌਮਾਂ ਦਾ ਇਤਿਹਾਸ ਨਹੀਂ ਰਹਿੰਦਾ ਉਹ ਅੱਜ ਤੇ ਕੱਲ ਵਿਨਾਸ਼ ਹੋ ਜਾਂਦੀਆਂ ਨੇ। ਇਤਿਹਾਸ ਗਵਾਹੀ ਮੰਗਦਾ ਹੈ ਤੁਹਾਡੇ ਕਹਿਣ ਦੇ ਮੁਤਾਬਕ, ਤੇ ਗਵਾਹੀ ਭਰਨ ਦੇ ਲਈ ਉਹ ਬਿਲਕੁਲ ਸੰਭਾਲਣਾ ਜ਼ਰੂਰੀ ਹੈ ਜੀ। ਇੱਕ ਇੱਕ ਨਿਸ਼ਾਨੀ ਸਾਨੂੰ ਅੱਜ ਵੀ ਪਈਆਂ ਨੇ ਤੇ ਬਹੁਤ ਨਿਸ਼ਾਨੀਆਂ ਅਸੀਂ ਹੋਰ ਵੀ ਬੜੀ ਛੇਤੀ ਸਾਡੇ ਕੋਲ ਇਨਫੋਰਮੇਸ਼ਨਾਂ ਆ ਚੁੱਕੀਆਂ ਨੇ, ਸਰਚ ਕਰ ਚੁੱਕੇ ਹਾਂ ਅਸੀਂ। ਸਾਨੂੰ ਪਤਾ ਲੱਗਿਆ ਕਿ ਮਾਨਪੁਰ ਦੇ ਵਿੱਚ ਵੀ ਐਸਾ ਨਗਾਰਾ ਪਿਆ। ਅਸੀਂ ਮਾਨਪੁਰ ਨਾਲ ਦੀ ਨਾਲ ਹੀ ਪਹੁੰਚ ਗਏ, ਪਤਾ ਕੀਤਾ, ਨੇੜੇ ਤੇੜੇ ਦੇ ਸਿੱਖ ਇਕੱਠੇ ਕੀਤੇ ਔਰ ਜਿਹੜੇ ਪਿਛਲੇ 11 ਸਾਲਾਂ ਤੋਂ ਉੱਥੇ ਤੱਕ ਪਹੁੰਚ ਤਾਂ ਪਾਇਆ ਇੱਕ ਦੋ ਵੀਰ, ਪਰ ਜਦੋਂ ਉਹਨਾਂ ਨੇ ਅੱਗੇ ਗੱਲ ਕੀਤੀ ਕਹਿੰਦੇ ਚੱਲ ਸਾਡੇ ਪਰੇ ਤੈਨੂੰ ਕੀ ਪਤਾ, ਲੋਕਾਂ ਨੂੰ ਮਿਲੇ ਔਰ ਉਹ ਜਦੋਂ ਅਸੀਂ ਨਗਾਰੇ ਬਾਰੇ ਪਤਾ ਕੀਤਾ, ਨਗਾਰੇ ਦਾ ਕੱਲੇ ਪਰਿਵਾਰਾਂ ਨੂੰ ਪਤਾ, ਲੋਕਾਂ ਨੂੰ ਪਤਾ ਕੀਤਾ, ਤਾਂ ਮਤਲਬ ਕਿ ਜਿਸ ਬੰਦੇ ਦੀ ਨਗਾਰੇ ਤੇ ਇੰਨੀ ਵੱਡੀ ਸ਼ਰਧਾ ਹੋ ਸਕਦੀ ਹੈ, ਗੁਰੂ ਸਾਹਿਬ ਜੀ ਹੁਕਮ ਕਰਕੇ ਗਏ ਨੇ ਵੀ ਜਿੱਥੇ ਤੱਕ ਤੁਹਾਡੇ ਨਗਾਰੇ ਦੀ ਆਵਾਜ਼ ਜਾਏਗੀ ਚੜ੍ਹਦੀ ਕਲਾ ਹੋਏਗੀ। ਜਿਸ ਵਿਅਕਤੀ ਦੀ ਅੱਜ ਨਗਾਰੇ ਤੇ ਐਡੀ ਵੱਡੀ ਸ਼ਰਧਾ ਹੋ ਸਕਦੀ ਹੈ, ਜੇ ਉਹਨਾਂ ਨੂੰ ਗੁਰਬਾਣੀ ਦੇ ਨਾਲ ਹੌਲੀ ਹੌਲੀ ਜੋੜਿਆ ਜਾ ਸਕੇ ਤਾਂ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਸ਼ਰਧਾ ਕਿਉਂ ਨਹੀਂ ਹੋ ਸਕਦੀ। 3 ਪਿੰਡ ਤਾਂ ਮੇਨ ਨੇ, ਪਿਪਲੀ ਸਾਹਿਬ ਪਿੰਡ ਹੈਗਾ ਜੀ, ਤੇ ਹੋਰ ਉਹਦੇ ਨਾਲ ਕਈ ਪਿੰਡਾਂ ਦੀ ਖੋਜ ਚੱਲਦੀ ਹੈ ਜਿਹੜੇ ਆਪਣੇ ਨਾਮ ਦੇ ਨਾਲ ਸਿੰਘ ਸ਼ਬਦ ਲਵਾਉਂਦੇ ਨੇ, ਆਪਣੇ ਆਪ ਨੂੰ ਸਰਦਾਰ ਕਹਿੰਦੇ ਨੇ, ਪਰ ਜਦੋਂ ਪੰਜਾਬ 'ਚ ਆ ਕੇ ਦੱਸਦੇ ਨੇ ਅਸੀਂ ਸਰਦਾਰ ਹੈ, ਕਹਿੰਦੇ ਚਲੋ ਭਈਏ ਕਹਾਂ ਸੇ ਆ ਗਏ ਤੂੰ ਤਾਂ ਭਈਆ, ਇੱਥੋਂ ਉਹਨਾਂ ਦਾ ਦਿਲ ਟੁੱਟ ਜਾਂਦਾ, ਇੱਥੋਂ ਵਾਪਸ ਚਲੇ ਜਾਂਦੇ ਨੇ। ਦੱਸਣਾ ਚਾਹੁੰਦੇ ਨੇ ਪਰ ਅਸੀਂ ਸੁਣਨਾ ਨਹੀਂ ਚਾਹੁੰਦੇ। ਪਰ ਜਦੋਂ ਅਸੀਂ ਉਹਨਾਂ ਪਿੰਡਾਂ 'ਚ ਜਾ ਕੇ ਵੇਖਿਆ, ਵਿਚਰਿਆ ਤੇ ਉਹਨਾਂ ਦੀ ਸ਼ਰਧਾ ਵੇਖੀ ਤਾਂ ਅਸੀਂ ਸੋਚ ਨਹੀਂ ਸਕਦੇ। ਏਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। श्री भगवती साहेब हरि भगवती पातशाही प्रीतम भगवती सिंह जी के गुरु नानक ले गया। वाहिगुरु देखो जी किन्ने जुड़े हुए ने, किन्नियां पहाड़ियां ते दूर जिथे तक असी कदे पहुंच ही नहीं सके। एक तां गुरु साहिब जी दा सत्कार किने, असी कौन आ ਉਹ और ਜਿਹੜਾ ਸਭ ਤੋਂ ਪਹਿਲਾਂ ਦਿਆਲ ਸਿੰਘ ਆ ਕੇ ਵਸਿਆ ਸੀ ਉਹਦਾ ਕੁਰਸੀਨਾਮਾ ਅੱਜ ਵੀ ਉੱਥੇ ਮੌਜੂਦ ਹੈ। ਸਾਰਾ ਦਾ ਸਾਰਾ ਸਾਡਾ ਪ੍ਰਿੰਟਿੰਗ ਸਿਸਟਮ ਆ ਗਿਆ। ਅੱਜ ਦੇ ਯੁੱਗ ਦੇ ਵਿੱਚ ਗਿਣੇ ਚੁਣੇ 2 ਜਾਂ 4 ਸਿੱਖ ਜਾਂ ਇਨਸਾਨ ਹੋਣਗੇ ਜਿਹੜੇ ਸ਼ਾਇਦ ਹੱਥ ਲਿਖਤ ਕਰਦੇ ਨੇ। ਬਿਲਕੁਲ, ਦੇਖੋ ਕਰਨ ਵਾਲਾ ਕੀ ਨਹੀਂ ਕਰ ਸਕਦਾ, ਸਿੱਖ ਦਾ ਕੰਮ ਆ ਸਾਰੀ ਜ਼ਿੰਦਗੀ ਸਿੱਖਦੇ ਰਹਿਣਾ। ਸਰਦਾਰ ਜਸਵੀਰ ਸਿੰਘ ਜੀ ਜਿਹੜੇ ਨੇ, ਉਹਨਾਂ ਦੀ ਘਰਵਾਲੀ ਨੂੰ ਪੰਜਾਬੀ ਆਉਂਦੀ ਸੀ, ਉਹ ਘਰਵਾਲੀ ਨੇ ਪੰਜਾਬੀ ਸਿਖਾਈ, ਮਨ 'ਚ ਚਾਅ ਆਇਆ। 8 ਸਾਲ ਦੇ ਵਿੱਚ ਹੱਥ ਨਾਲ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਸੰਪੂਰਨ ਲਿਖ ਦਿੱਤੇ। ਜਿਸ ਬੰਦੇ ਨੂੰ ਪੰਜਾਬੀ ਨਹੀਂ ਆਉਂਦੀ, ਅਗਰ ਉਹ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖ ਸਕਦਾ, ਅਸੀਂ ਕਿਉਂ ਨਹੀਂ? ਬੱਚੇ ਖੁਦ ਇੰਨਾ ਦਿਮਾਗ ਹੈ ਬੱਚਿਆਂ ਦੇ ਕੋਲ, ਪਤਾ ਨਹੀਂ ਬੱਚੇ ਅਸੀਂ ਸੋਚ ਵੀ ਨਹੀਂ ਸਕਦੇ, ਸਾਡੀ ਸੋਚ ਤੋਂ ਅੱਗੇ ਤੱਕ ਬੱਚੇ ਪਹੁੰਚ ਸਕਦੇ ਨੇ। ਭਾਈ ਭਗਵਾਨ ਸਿੰਘ ਜੀ ਖੋਜੀ ਜਿਹੜੇ ਇਤਿਹਾਸ ਨੂੰ ਖੋਜ ਰਹੇ ਨੇ, ਕਿਉਂਕਿ ਬਹੁਤ ਸਾਰਾ ਇਤਿਹਾਸ ਅਣਗੌਲਿਆ ਹੋਇਆ ਹੈ। ਮਹਾਰਾਜਾ ਰਣਜੀਤ ਸਿੰਘ ਨੇ ਬਹੁਤ ਸਾਰੀ ਅਸੀਂ ਕਹਿ ਸਕਦੇ ਹਾਂ ਨਿਸ਼ਾਨਦੇਹੀਆਂ ਕਰਵਾ ਕੇ ਗੁਰਦੁਆਰਾ ਸਾਹਿਬਾਨ ਦੇ ਉਸਾਰੀਆਂ ਕਰਵਾਈਆਂ, ਉਹਨਾਂ ਦੇ ਨਾਲ ਜਗੀਰਾਂ ਲਗਵਾਈਆਂ। ਪਰੰਤੂ ਅੱਜ ਦੀ ਗੱਲ ਕਰਦੇ ਹਾਂ, ਜਦੋਂ ਅੱਜ ਅਸੀਂ 2021 ਤੇ ਪਹੁੰਚ ਚੁੱਕੇ ਹਾਂ, ਉਹ ਸਮਾਂ ਪੁਰਾਣਾ ਹੋ ਚੁੱਕਿਆ। ਉਸ ਤੋਂ ਬਾਅਦ ਭਾਰਤ ਦੇ ਵਿੱਚ ਬਹੁਤ ਕੁਛ ਹੋਇਆ, ਅੰਗਰੇਜ਼ਾਂ ਦਾ ਰਾਜ ਆਇਆ, ਭਾਰਤ ਤੇ ਪਾਕਿਸਤਾਨ 2 ਟੁਕੜੇ ਹੋਏ ਨੇ, ਜਿਸ ਦੌਰਾਨ ਭਾਰਤ ਦੇ ਇਤਿਹਾਸ ਦੇ ਵਿੱਚ ਪੰਜਾਬ ਦਾ ਇਤਿਹਾਸ ਜਿਹੜਾ ਖਾਸ ਸੀਗਾ, ਜਿਹਦੀ ਵੰਡ ਹੋਈ ਆ, ਕਿਉਂਕਿ ਪੰਜਾਬ ਵੰਡਿਆ ਗਿਆ। ਜਦੋਂ ਆਜ਼ਾਦ ਸੀਗਾ ਪੰਜਾਬ ਤੇ ਉਹ ਪਾਕਿਸਤਾਨ ਤੱਕ ਸੀਗਾ ਔਰ ਕੰਧਾਰ ਤੱਕ ਸੀਗਾ, ਔਰ ਅੱਜ ਜਦੋਂ ਉਸ ਨੂੰ ਵੰਡਿਆ ਗਿਆ ਤਾਂ ਬਹੁਤ ਸਾਰਾ ਇਤਿਹਾਸ ਤਹਿਸ ਨਹਿਸ ਹੋ ਗਿਆ। ਲੋਕਾਂ ਨੂੰ ਆਪਣੇ ਘਰ ਛੱਡ ਕੇ ਜਾਣਾ ਪਿਆ, ਇੱਧਰ ਵਾਲੇ ਉੱਧਰ ਤੇ ਉੱਧਰ ਵਾਲੇ ਇੱਧਰ ਆਏ। ਸੋ ਉਹ ਇਤਿਹਾਸ
ਵਿਸਰ ਗਿਆ, ਲੋਕਾਂ ਨੂੰ ਭੁੱਲ ਗਿਆ, ਕੁਝ ਨੇ ਸੰਭਾਲ ਕੇ ਰੱਖਿਆ ਔਰ ਉਹਨਾਂ ਦੀ ਖੋਜ ਕਰਨੀ ਬੜੀ ਜ਼ਰੂਰੀ ਸੀ। ਜਿਹੜਾ ਗੁਰੂ ਸਾਹਿਬਾਨ ਦੇ ਨਾਲ ਸੰਬੰਧਿਤ ਇਤਿਹਾਸ ਸੀ ਉਹਦੇ ਲਈ ਬਹੁਤ ਵੱਡੀ ਖੋਜ ਕਰ ਰਹੇ ਨੇ। ਬਹੁਤ ਸਾਰੇ ਅਜਿਹੇ ਪਿੰਡ, ਅਜਿਹੇ ਕਸਬੇ ਲੱਭੇ ਗਏ ਨੇ ਜਿੱਥੇ ਸਿੱਖ ਤਾਂ ਹਨ ਪਰੰਤੂ ਉਹਨਾਂ ਨੂੰ ਮਰਿਆਦਾਵਾਂ ਜਿਹੜੀਆਂ ਨੇ ਉਹ ਨਹੀਂ ਪਤਾ। ਉਹਦਾ ਕਾਰਨ ਇਹ ਸੀ ਕਿ ਅੱਜ ਤੱਕ ਸਿੱਖ ਉਹਨਾਂ ਕੋਲ ਪਹੁੰਚ ਹੀ ਨਹੀਂ ਪਾਏ, ਕਿਉਂਕਿ ਤਰਾਸਦੀਆਂ ਇੰਨੀਆਂ ਸੀ ਸਾਡੀਆਂ ਕਿ ਅਸੀਂ 1947 ਦੇ ਵਿੱਚ ਆਜ਼ਾਦ ਹੁੰਦੇ ਹਾਂ ਅਤੇ ਆਜ਼ਾਦ ਹੋਣ ਤੋਂ ਬਾਅਦ ਕਦੀ ਪੰਜਾਬੀ ਸੂਬੇ ਦੀ ਮੰਗ ਉੱਠਦੀ ਆ, ਕਦੀ ਕਿਸਾਨਾਂ ਦੀ ਮੰਗ ਉੱਠਦੀ ਆ, ਕਦੀ ਅਧਿਕਾਰਾਂ ਦੀ ਮੰਗ ਉੱਠਦੀ ਆ। ਇਹਨਾਂ ਮੰਗਾਂ ਵਿੱਚ ਹੀ ਸਿੱਖ ਉਲਝ ਕੇ ਰਹਿ ਗਏ ਅਤੇ ਇਤਿਹਾਸ ਨੂੰ ਜਿਹੜਾ ਸੀਗਾ ਉਹ ਸੰਭਾਲਣ ਦੇ ਵਿੱਚ ਕਿਤੇ ਨਾ ਕਿਤੇ ਬਹੁਤ ਪਿੱਛੇ ਪੈ ਗਏ। ਸੋ ਸਾਡੇ ਨਾਲ ਮੌਜੂਦ ਨੇ ਭਾਈ ਭਗਵਾਨ ਸਿੰਘ ਜੀ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਤੁਸੀਂ ਹਰ ਜਗ੍ਹਾ ਅਸੀਂ ਦੇਖਦੇ ਹਾਂ ਕਿ ਹੌਲੀ ਹੌਲੀ ਪਹੁੰਚ ਕੇ ਉੱਥੋਂ ਜਾ ਕੇ ਖੋਜ ਕਰਦੇ ਹੋ। ਜਿਵੇਂ ਅਸੀਂ ਉੱਤਰਾਖੰਡ ਦੀ ਗੱਲ ਕਰਦੇ ਹਾਂ ਤਾਂ ਉੱਥੇ ਤੁਸੀਂ ਇੱਕ ਅਜਿਹੇ ਪਿੰਡ ਲੱਭੇ ਨੇ ਜਿੱਥੇ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨ ਪਏ ਸੀਗੇ ਔਰ ਉਹ ਬੜੀ ਕੋਸ਼ਿਸ਼ ਕਰਦੇ ਨੇ ਸਤਿਕਾਰ ਕਰਨ ਦੀ, ਪਰੰਤੂ ਉਹਨਾਂ ਨੂੰ ਉਸ ਤਰੀਕੇ ਨਾਲ ਜਾਣਕਾਰੀ ਨਹੀਂ, ਪਰ ਉਹ ਸ਼ਰਧਾ ਦੇ ਨਾਲ ਸਤਿਕਾਰ ਕਰਦੇ ਨੇ। ਉਹਨਾਂ ਦੇ ਅੰਦਰ ਦੀ ਭਾਵਨਾ ਹੈ ਜਿਵੇਂ ਧੰਨੇ ਭਗਤ ਜੀ ਸੀਗੀ। ਜੇ ਅਸੀਂ ਗੱਲ ਕਰਦੇ ਹਾਂ ਤਾਂ ਰਣਜੀਤ ਨਗਾਰੇ ਦੀ, ਤੁਸੀਂ ਉਹਦੀ ਖੋਜ ਵਿੱਚ ਲੱਗੇ ਹੋਏ ਹੋ। ਕਿ ਸਭ ਤੋਂ ਪਹਿਲਾਂ ਤਾਂ ਰਣਜੀਤ ਨਗਾਰੇ ਦੀ ਹੀ ਗੱਲ ਕਰ ਲੈਂਦੇ ਕਿ ਉਹ ਖੋਜ ਕਿੱਥੋਂ ਤੱਕ ਪਹੁੰਚੀ। ਬਿਲਕੁਲ ਜੀ, ਰਣਜੀਤ ਨਗਾਰੇ ਦੀ ਖੋਜ ਸਾਡੀ ਬਹੁਤ ਨੇੜੇ ਤੱਕ ਪਹੁੰਚ ਚੁੱਕੀ ਹੈ ਜੀ। ਤੇ ਉਸ ਤੋਂ ਬਾਅਦ ਬਾਰਿਸ਼ਾਂ ਦਾ ਮੌਸਮ ਆ ਚੁੱਕਿਆ ਹੈ, ਕਿਉਂਕਿ ਰਣਜੀਤ ਨਗਾਰੇ ਦੀ ਖੋਜ ਅਸੀਂ ਚਾਹੁੰਦੇ ਹਾਂ ਕਿ ਇੱਕ ਪਾਸਾ ਹੋ ਜਾਏ ਜੀ। ਉੱਥੋਂ ਦੇ ਲੋਕਾਂ ਦਾ ਮੰਨਣਾ, ਪਾਕਿਸਤਾਨ ਦੇ ਲੋਕਾਂ ਦਾ ਮੰਨਣਾ, ਜਿਨ੍ਹਾਂ ਨੇ ਤੱਕ ਇਹ ਗੱਲ ਕੰਨੇ ਸੁਣਦੇ ਆਏ ਨੇ ਕਿ ਰਣਜੀਤ ਨਗਾਰਾ ਜਿਹੜਾ ਹੈ ਮਲੇਰਕੋਟਲੇ ਦੀ ਰਿਆਸਤ ਦੇ ਵਿੱਚ ਇਹ ਦੋ ਪਿੰਡ ਪੈਂਦੇ ਸੀ। ਇੱਕ ਜਿਹੜਾ ਮੇਨ ਪੈਂਦਾ ਜੀ ਬਡਵਰ, ਤੇ ਬਡਵਰ ਦੇ ਤਹਿਖਾਨੇ ਦੇ ਅੰਦਰ ਜਿਹੜੇ ਬਡਵਰ ਦੇ ਕੁਝ ਵੱਡੇ ਅਹਿਲਕਾਰ ਸੀਗੇ, ਜਿਹੜੇ ਜਰਨੈਲ ਸੀਗੇ, ਵੀ ਜਦੋਂ ਚਮਕੌਰ ਦੀ ਗੜੀ ਦੇ ਵਿੱਚ ਵੱਡੇ ਸਾਹਿਬਜ਼ਾਦੇ ਸ਼ਹੀਦ ਹੁੰਦੇ ਨੇ ਉਸ ਸਮੇਂ ਉਹਨਾਂ ਦੇ ਕੋਲ ਨਗਾਰਾ ਹੱਥ ਲੱਗ ਜਾਂਦਾ। ਉਹ ਮਲੇਰਕੋਟਲੇ ਤੋਂ ਬਡਵਰ ਪਿੰਡ ਵਿੱਚ ਆ ਜਾਂਦਾ ਤੇ ਉਹਨੂੰ ਲੁਕੋ ਕੇ ਤਹਿਖਾਨੇ ਦੇ ਵਿੱਚ ਰੱਖਿਆ ਜਾਂਦਾ। 1947 ਦੀ ਵੰਡ ਸਮੇਂ ਇਹ ਕੁਝ ਪਰਿਵਾਰ ਇੱਧਰ ਚਲੇ ਜਾਂਦੇ ਨੇ, ਕੁਝ ਉੱਧਰੋਂ ਇੱਧਰ ਆ ਜਾਂਦੇ ਨੇ। ਸਾਨੂੰ ਇੱਕ ਕਿਉਂ ਮਿਲਿਆ ਉੱਥੋਂ ਬਡਵਰ ਪਿੰਡ ਦੇ ਵਿੱਚੋਂ ਤਾਂ ਗੱਲ ਉੱਠਦੀ ਰਹੀ ਹੈ ਔਰ ਉੱਥੇ ਲੋਕਾਂ ਨੇ ਹੱਥ ਵੀ ਪਾਇਆ, ਪਰ ਫਿਰ ਵਾਪਸ ਰੁਕ ਜਾਂਦੀ ਸੀ, ਕੋਈ ਨਾ ਕੋਈ ਦਿੱਕਤਾਂ ਆ ਜਾਂਦੀ ਸੀ ਜਾਂ ਤਾਂ ਕੰਮ ਪ੍ਰੋਪਰ ਤਰੀਕੇ ਨਾਲ ਕਰ ਨਹੀਂ ਸੀ ਸਕਦੇ। ਤੇ ਜਦੋਂ ਤੱਕ ਸਾਡੇ ਕੋਲ ਇਹ ਗੱਲ ਪਹੁੰਚੀ, ਰਾਜਾ ਰਾਜ ਸਿੰਘ ਜੀ ਕੋਲੋਂ ਪਹੁੰਚੀ, ਅਸੀਂ ਨੇ ਕਿਹਾ ਵੀ ਨਹੀਂ, ਅਸੀਂ ਇਹ ਕੰਮ ਕਰਾਂਗੇ। ਔਰ ਕਈ ਕੰਮ ਐਸੇ ਹੁੰਦੇ ਨੇ ਨਾਲ ਦੀ ਨਾਲ ਹੋ ਜਾਂਦੇ ਨੇ, ਕਈਆਂ ਨੂੰ ਸਮਾਂ ਲੱਗਦਾ ਹੁੰਦਾ। ਤੇ ਅੱਜ ਅਸੀਂ ਉਹਦੇ ਜਿੰਨੇ ਗਵਾਹ ਸੀਗੇ, ਪਹਿਲਾਂ ਅਸੀਂ ਗਵਾਹ ਇਕੱਤਰ ਕੀਤੇ, ਜਿਨ੍ਹਾਂ ਨੂੰ ਉਸ ਨਗਾਰੇ ਬਾਰੇ ਪਤਾ ਸੀ ਉਹ ਇਕੱਤਰ ਕੀਤੇ। ਪਾਕਿਸਤਾਨ ਦੇ ਵਿੱਚ ਪਰਿਵਾਰ ਲੱਭੇ ਜਿਨ੍ਹਾਂ ਬਾਰੇ ਪਤਾ ਸੀਗਾ। ਉੱਥੋਂ ਦੇ ਬਜ਼ੁਰਗ ਜਿਹੜੇ ਉਸ ਸਮੇਂ 18, 19 ਸਾਲ ਦੇ ਨੌਜਵਾਨ ਸੀ 1947 ਵੇਲੇ, ਉਹਨਾਂ ਬਜ਼ੁਰਗਾਂ ਨੂੰ ਮਿਲੇ, ਉਹਨਾਂ ਦੇ ਪਰਿਵਾਰਾਂ ਨੂੰ ਮਿਲੇ ਜਿਹੜੇ ਸੁਣਦੇ ਆਉਂਦੇ ਸੀ। ਉਸ ਤੋਂ ਬਾਅਦ ਅੱਜ ਉਹ ਨਗਾਰਾ ਦੱਸਦੇ ਨੇ ਕਿ ਜ਼ਮੀਨ ਦੇ ਵਿੱਚ ਤਹਿਖਾਨੇ ਦੇ ਵਿੱਚ ਹੈ। ਉਹਦੇ ਲਈ ਅਸੀਂ ਇੱਕ ਆਪਣੀ ਮੀਟਿੰਗ ਕੀਤੀਆਂ, ਪਿੰਡ ਵਾਲਿਆਂ ਨਾਲ ਮੀਟਿੰਗ ਕੀਤੀ, ਸਾਡੀ ਖੋਜ ਵਿਚਾਰ ਟੀਮ ਦੇ ਨਾਲ। ਅਸੀਂ ਆਪਣੀ ਜਿਹੜੇ ਸਾਡੇ ਨਾਲ ਕੁਝ ਸੁਲਝੇ ਹੋਏ ਵੀਰ ਜੁੜੇ ਹੋਏ ਨੇ, ਕਵਲਜੀਤ ਸਿੰਘ ਜੀ, ਬੋਪਾ ਰਾਏ ਹੋ ਗਏ, ਹੋਰ ਰਾਜਾ ਰਾਜ ਸਿੰਘ ਜੀ, ਕਈ ਅਸੀਂ ਮੀਟਿੰਗ ਕੀਤੀ, ਨਿਸ਼ਾਨ ਸਿੰਘ ਜੀ ਆਸਟ੍ਰੇਲੀਆ ਵਾਲੇ, ਤੇ ਸਰਦਾਰ ਜੈਵਿੰਦਰ ਸਿੰਘ ਜੀ, ਹੋਰ ਇੱਦਾਂ ਦੇ ਕਾਦਰੀ ਸਾਹਿਬ ਜਿਹੜੇ ਹੋ ਗਏ, ਉਹਨਾਂ ਨਾਲ ਮੀਟਿੰਗ ਕੀਤੀ। ਤੇ ਅਸੀਂ ਨੇ ਇਸ ਕੰਮ ਨੂੰ ਬੜੇ ਤਰੀਕੇ ਦੇ ਨਾਲ ਕਰਨ ਦੇ ਲਈ ਪਰਮਿਸ਼ਨਾਂ ਲਈ, ਕਿਉਂਕਿ ਬਾਅਦ ਵਿੱਚ ਜਦੋਂ ਕੋਈ ਵੀ ਆਪਾਂ ਕੰਮ ਸ਼ੁਰੂ ਕਰਨੇ ਆ ਉਹਦੇ ਵਿੱਚ ਦਿੱਕਤ ਆਉਂਦੀ ਹੈ। ਹਰ ਜਣਾ ਖਾਣਾ ਪੁੱਛਦਾ ਸੀ ਤੁਸੀਂ ਕੌਣ ਹੋ, ਤੁਹਾਡੇ ਕੋਲ ਕੀ ਪਰਮਿਸ਼ਨ ਆ ਕੰਮ ਕਰਨ ਦੀ, ਕਿਉਂ ਕਰ ਰਹੇ ਹੋ। ਤੇ ਪਰਮਿਸ਼ਨ ਲੈਣ ਲੱਗਿਆ ਆਪਾਂ ਨੂੰ ਪਤਾ ਸਰਕਾਰ ਦੇ ਕੰਮ ਨੇ ਟਾਈਮ ਤਾਂ ਲੱਗਦਾ ਹੀ ਹੈ। ਤੋ ਅਸੀਂ ਸਭ ਤੋਂ ਪਹਿਲਾਂ ਮਲੇਰਕੋਟਲੇ ਦੀ ਰਿਆਸਤ ਦੇ ਵਿੱਚ ਜਾ ਕੇ ਡੀਸੀ ਤੋਂ ਪਰਮਿਸ਼ਨ ਮੰਗੀ। ਉਹਨਾਂ ਨੇ ਅੱਗੇ ਬਰਨਾਲੇ ਦੀ ਡੀਸੀ ਤੱਕ ਪਹੁੰਚਾ ਦਿੱਤਾ। ਬਰਨਾਲੇ ਦੀ ਡੀਸੀ ਨੇ ਐਮਏ ਡਿਪਾਰਟਮੈਂਟ ਤੱਕ ਪਹੁੰਚਾ ਦਿੱਤਾ। ਐਮਏ ਡਿਪਾਰਟਮੈਂਟ ਤੋਂ ਲਿਖਤੀ ਰੂਪ ਲੈ ਕੇ ਅਸੀਂ ਆਰਕੋਲੋਜੀ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਦੇ ਵਿੱਚ ਇਹ ਅਰਜੀ ਦਾਇਰ ਕਰ ਦਿੱਤੀ ਹੈ, ਜਿੱਥੋਂ ਸਾਨੂੰ ਬਾਰਿਸ਼ਾਂ ਦੇ ਵਿੱਚ ਅਸੀਂ ਤਾਂ ਰੁਕੇ ਗਿਆ। ਉਹਨਾਂ ਵੱਲ ਨਾਲ ਵੀ ਗੱਲ ਕੀਤੀ ਵੀ ਅਗਰ ਬਾਰਿਸ਼ਾਂ ਦੇ ਵਿੱਚ ਪਰਮਿਸ਼ਨ ਸਾਨੂੰ ਮਿਲ ਜਾਂਦੀ ਹੈ, ਪਟਾਈ ਕਰ ਦਿੰਦੇ ਆ, ਬਾਰਿਸ਼ ਪੈ ਜਾਂਦੀ ਆ ਤੇ ਨੀਹਾਂ ਪਾਣੀ ਨਾਲ ਭਰ ਜਾਂਦੀਆਂ ਨੇ ਤਾਂ ਨੁਕਸਾਨ ਹੋ ਸਕਦਾ। ਫਿਰ ਕਿਉਂ ਨਾ, ਜਿੱਥੇ ਇੰਨੇ ਸਾਲ ਅਸੀਂ ਵੇਟ ਕੀਤੀ, ਕਿਉਂ ਨਾ 1-2 ਮਹੀਨਾ ਹੋਰ ਵੇਟ ਕਰੀਏ। ਇਸ ਕਰਕੇ ਅਸੀਂ ਰੁਕੇ ਹੋਏ ਹਾਂ। ਰਣਜੀਤ ਨਗਾਰਾ ਸੁਣਦੇ ਆਉਂਦੇ ਹਾਂ ਅਸੀਂ, ਬੜੀ ਮਹਾਨਤਾ ਸੁਣੀ ਆ, ਇਤਿਹਾਸ ਨਾਲ ਜੁੜੀ ਹੋਈ ਚੀਜ਼ ਹੈ। ਇਤਿਹਾਸ ਨਾਲ ਜੁੜੀਆਂ ਹੋਈਆਂ ਚੀਜ਼ਾਂ ਸਾਂਭਣੀਆਂ ਬਹੁਤ ਜ਼ਰੂਰੀ ਹੁੰਦੀਆਂ ਨੇ, ਕਿਉਂਕਿ ਉਹ ਸਾਨੂੰ ਇਤਿਹਾਸ ਨੂੰ ਯਾਦ ਕਰਾਉਂਦੀਆਂ ਨੇ, ਸਾਨੂੰ ਦੱਸਦੀਆਂ ਨੇ ਕਿ ਇਹ ਜਦੋਂ ਅਸੀਂ ਦੇਖਾਂਗੇ ਤਾਂ ਸਾਨੂੰ ਗੁਰੂ ਸਾਹਿਬਾਨ ਦੀ ਯਾਦ ਆਉਂਦੀ ਹੈ, ਸਾਨੂੰ ਜਿੱਤਾਂ ਦੀ ਯਾਦ ਆਉਂਦੀ ਕਿ ਅਸੀਂ ਜਿੱਤਦੇ ਰਹੇ ਹਾਂ, ਕਦੋਂ ਨਗਾਰੇ ਵੱਜਦੇ ਸੀਗੇ।
ਸਭ ਤੋਂ ਪਹਿਲਾਂ ਅਹਿਮੀਅਤ ਕੀ ਹੈਗੀ ਰਣਜੀਤ ਨਗਾਰੇ ਦੀ, ਤੇ ਉਸ ਤੋਂ ਬਾਅਦ ਇਤਿਹਾਸਿਕ ਚੀਜ਼ਾਂ ਨੂੰ ਸਾਂਭਣਾ ਕਿਉਂ ਜ਼ਰੂਰੀ ਹੈ। ਇਮਾਰਤਾਂ ਹੋਣ, ਚਾਹੇ ਗੁਰੂ ਸਾਹਿਬਾਨ ਨਾਲ ਸੰਬੰਧਿਤ ਕੋਈ ਵੀ ਚੀਜ਼ ਹੋਵੇ, ਜਾਂ ਸ਼ਾਸਤਰ ਹੋਣ, ਕਿਉਂ ਜ਼ਰੂਰੀ ਹੁੰਦਾ ਹੈ ਇਤਿਹਾਸਿਕ ਚੀਜ਼ਾਂ ਨੂੰ ਸੰਭਾਲਣਾ। ਬਿਲਕੁਲ ਬਿਲਕੁਲ ਜੀ। ਦੇਖੋ, ਸਭ ਤੋਂ ਪਹਿਲਾਂ ਸਾਡੇ ਲਈ ਜੋ ਗੁਰੂ ਗੋਬਿੰਦ ਸਿੰਘ ਦਾ ਹੁਕਮ ਹੈ, ਪੂਜਾ ਅਕਾਲ ਕੀ ਪਰਚਾ ਸ਼ਬਦ ਕਾ ਦੀਦਾਰ ਖਾਲਸੇ ਦਾ। ਅਕਾਲ ਪੁਰਖ ਦੀ ਪੂਜਾ ਕਰਨੀ ਆ, ਪਰਚਾ ਸ਼ਬਦ ਪੜ੍ਹਨਾ, ਦੀਦਾਰ ਖਾਲਸੇ ਦਾ। ਦੀਦਾਰ ਖਾਲਸੇ ਦਾ ਉਹਨਾਂ ਦਾ ਕਰੈਕਟਰ ਕੀ ਹੈ। ਜਦੋਂ ਅਸੀਂ ਇਹਦਾ ਮਤਲਬ ਇਹ ਨਹੀਂ ਕਿ ਦਸਤਾਰ ਸਜਾਈ ਅਸੀਂ ਉਹਦੇ ਅੰਦਰੋਂ, ਨਹੀਂ, ਉਹਨਾਂ ਦਾ ਕਰੈਕਟਰ ਕੀ ਰਿਹਾ, ਉਹ ਜਿਹੜਾ ਸਾਡਾ ਖਾਲਸਾ ਕਿੱਦਾਂ ਦਾ ਸੀ, ਉਹਦੇ ਅੰਦਰੋਂ ਗੁਰੂ ਦੇ ਦੀਦਾਰ ਕਰਨੇ ਨੇ, ਤੇ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਸੰਬੰਧਿਤ ਚੀਜ਼ਾਂ ਸਾਡੀ ਕੌਮ ਦੀ ਵਿਰਾਸਤ ਨੇ। ਜਿਹੜੀਆਂ ਕੌਮਾਂ ਦਾ ਇਤਿਹਾਸ ਨਹੀਂ ਰਹਿੰਦਾ ਉਹ ਅੱਜ ਤੇ ਕੱਲ ਵਿਨਾਸ਼ ਹੋ ਜਾਂਦੀਆਂ ਨੇ, ਤੇ ਅੱਜ ਕੱਲ ਤਾਂ ਇਤਿਹਾਸ ਝੂਠਾ ਸਾਬਤ ਕਰਨ ਤੇ ਲੱਗੇ ਹੋਏ ਨੇ। ਰਣਜੀਤ ਨਗਾਰਾ ਜੀ ਕਿੱਥੇ ਵੱਜਦਾ ਸੀ, ਹੋਣਾ ਹੀ ਨਹੀਂ ਹੈ। ਅੱਜ ਅਸੀਂ ਹਰ ਗੱਲ ਨੂੰ ਕੱਟਣ ਤੇ ਲੱਗੇ ਹੋਏ ਹਾਂ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਤੀਰ ਚਲਾਇਆ ਜੀ, ਇੰਨੇ ਕਿਲੋਮੀਟਰ ਕਿਵੇਂ ਜਾ ਸਕਦਾ। ਜਾ ਕੇ ਦੇਖੋ ਤੁਸੀਂ ਗੁਰਦੁਆਰਾ ਸਾਹਿਬ ਦੀ, ਉੱਥੋਂ ਉੱਥੋਂ ਦੇਖੋ ਕਿੰਨੀ ਰੇਂਜ ਪੈਂਦੀ ਆ, ਕਿੱਥੇ ਦਿੱਲੀ ਦਾ ਲਾਲ ਕਿਲਾ, ਤੇ ਕਿੱਥੇ ਜਿੱਥੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਟਿੱਬੀ ਸਾਹਿਬ ਦਿੱਲੀ ਤੋਂ ਤੀਰ ਚਲਾਇਆ, ਉਹ ਮੋਤੀ ਬਾਗ ਤੋਂ, ਉੱਥੋਂ ਕਿੰਨਾ ਕੋਹ ਪੈਂਦਾ ਉਸ ਸਮੇਂ ਦਾ, ਤੇ ਉੱਥੋਂ ਅੰਦਾਜ਼ਾ ਲਗਾ ਸਕਦੇ ਆ। ਤੇ ਜਿੰਨੇ ਸ਼ਸਤਰਾਂ ਦੀ ਗੱਲ ਕਰਦੇ ਆ ਵੀ ਇਤਿਹਾਸ ਗਵਾਹੀ ਮੰਗਦਾ ਹੈ ਤੁਹਾਡੇ ਕਹਿਣ ਦੇ ਮੁਤਾਬਕ, ਤੇ ਗਵਾਹੀ ਭਰਨ ਦੇ ਲਈ ਉਹ ਸੰਭਾਲਣਾ ਜ਼ਰੂਰੀ। ਬਿਲਕੁਲ ਸੰਭਾਲਣਾ ਜ਼ਰੂਰੀ ਹੈ ਜੀ। ਇੱਕ ਇੱਕ ਨਿਸ਼ਾਨੀ ਸਾਨੂੰ ਅੱਜ ਵੀ ਪਈਆਂ ਨੇ, ਤੇ ਬਹੁਤ ਨਿਸ਼ਾਨੀਆਂ ਅਸੀਂ ਹੋਰ ਵੀ ਬੜੀ ਛੇਤੀ ਸਾਡੇ ਕੋਲ ਇਨਫੋਰਮੇਸ਼ਨ ਆ ਚੁੱਕੀਆਂ ਨੇ, ਸਰਚ ਕਰ ਚੁੱਕੇ ਹਾਂ ਅਸੀਂ। ਔਰ ਇੱਥੇ ਤੱਕ ਅਸੀਂ ਅਲੀਗੜ੍ਹ ਯੂਨੀਵਰਸਿਟੀ ਦੇ ਵਿੱਚ ਤੇ ਰਾਮਪੁਰ ਦੀ ਜਿਹੜੀ ਸਭ ਤੋਂ ਵੱਡੀ ਉੱਥੇ ਦੀ ਲੈਬ ਹੈਗੀ ਹੈ, ਜਿਹਨੂੰ ਆਪਾਂ ਅਜਾਇਬ ਘਰ ਕਹਿੰਦੇ ਆ ਇਸ ਟਾਈਮ ਤੇ, ਉਹਦੇ ਅੰਦਰ ਜਿਹੜੀ ਲਾਇਬ੍ਰੇਰੀ ਹੈਗੀ ਆ ਰਾਮਪੁਰ ਦੀ, ਏਸ਼ੀਆ ਦੀ ਸਭ ਤੋਂ ਵੱਡੀ ਲਾਇਬ੍ਰੇਰੀ ਜਿਹੜੀ ਹੈ, ਉਹਦੇ ਅੰਦਰ ਤੱਕ ਵੀ ਅਸੀਂ ਜਾਇਆ ਏ। ਸੋ ਉਸ ਤੋਂ ਬਿਨਾਂ ਸਾਡੇ ਕੋਲ ਜਿਹੜਾ ਇਤਿਹਾਸ ਆ, ਪਹਿਲਾਂ ਅਸੀਂ ਆਪਣੇ ਇਤਿਹਾਸ ਨੂੰ ਪੜ੍ਹਦੇ ਹਾਂ। ਅੱਜ ਮੈਨੂੰ 31 ਸਾਲ ਹੋ ਗਏ ਇਤਿਹਾਸ ਦੇ ਉੱਤੇ ਖੋਜ ਕਰਦਿਆਂ ਹੋਇਆ। 31 ਸਾਲ ਦੀ ਇਹ ਨਹੀਂ ਵੀ ਇੱਕ ਦਿਨ ਦੀ ਮਿਹਨਤ ਹੈ, 31 ਸਾਲ ਦੀ ਮਿਹਨਤ ਅੱਜ। ਔਰ ਅਸੀਂ ਇੱਕ ਟੀਮ ਵਰਕ ਕੰਮ ਕਰ ਰਹੇ ਹਾਂ। ਮੇਰੇ ਨਾਲ ਇਹ ਸਿੰਘ ਹੈਗੇ ਨੇ, ਤੇ ਇਹਨਾਂ ਦਾ ਇਹ ਪੰਜਾਬੀ ਯੂਨੀਵਰਸਿਟੀ ਤੋਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਡਿਪਲੋਮਾ ਇਨ ਡਿਵਿਨਿਟੀ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਉਹ ਡਿਪਲੋਮਾ ਕੀਤਾ ਔਰ ਉਸ ਪਾਸੇ ਲਿਖੇ ਨੇ। ਔਰ ਮੇਰੇ ਮਿਸਜ ਨੇ MA ਸਿੱਖ ਸਟੱਡੀਜ਼ ਕੀਤੀ ਹੈ, ਔਰ ਮਿਊਜ਼ਿਕ ਦੀ MA ਕੀਤੀ ਹੈ। ਯਾਨੀ ਕਿ ਕਿਤੇ ਨਾ ਕਿਤੇ ਅਸੀਂ ਯੂਨੀਵਰਸਿਟੀਆਂ ਦੇ ਵਿੱਚੋਂ ਜਿਹੜੀ ਪੜ੍ਹਾਈ ਕੀਤੀ ਆ ਉਹਨੂੰ ਕੌਮ ਦੇ ਲੇਖੇ ਲਾਉਣਾ ਚਾਹੁੰਦੇ ਹਾਂ। ਨੌਕਰੀ ਕਰਦੀ ਸੀ, ਨੌਕਰੀ ਵੀ ਛੱਡ ਦਿੱਤੀ ਹੈ, ਤੇ ਉਸੇ ਪੜ੍ਹਾਈ ਨੂੰ ਕੌਮ ਦੇ ਲੇਖੇ ਲਾ ਕੇ, ਔਰ ਜਿੰਨਾ ਇਤਿਹਾਸ ਆ ਅੱਜ ਸਾਡੇ ਕੋਲ ਤਕਰੀਬਨ, ਇਹ ਕਹਿ ਲਈਏ ਅਸੀਂ ਇਤਿਹਾਸ ਕੰਪਿਊਟਰ ਦੇ ਵਿੱਚ ਡਿਜੀਟਲ ਲਾਇਬ੍ਰੇਰੀ ਨਾਲ ਲੈ ਕੇ ਚੱਲਦੇ ਹਾਂ, ਜਿਹੜਾ ਕਿ ਤਕਰੀਬਨ ਕਹਿ ਲਈਏ ਕਿ 25 ਤੋਂ 30 ਹਜ਼ਾਰ ਕਿਤਾਬਾਂ ਦਾ ਸਮੂਹ ਹੈ ਜੀ। ਜਿੰਨੇ ਸਾਡੇ ਪੁਰਾਤਨ ਗ੍ਰੰਥ ਨੇ, ਗੁਰੂ ਗ੍ਰੰਥ ਸਾਹਿਬ ਦੇ ਪੁਰਾਤਨ PDF ਨੇ, ਸਾਰੀਆਂ ਅਸੀਂ ਨਾਲ ਲੈ ਕੇ ਚੱਲਦੇ ਹਾਂ। ਮੰਨ ਲਓ ਸਾਨੂੰ ਇੱਕ ਪਿੰਡ ਵਿੱਚ ਪਤਾ ਲੱਗਿਆ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਪਿਆ ਜੀ, ਉਹ ਬੀੜ ਕਿਹੜੀ ਹੈ, ਕਿਵੇਂ ਪਤਾ ਲਾਵਾਂਗੇ। ਸਾਡੇ ਕੋਲ ਜਿੰਨੇ ਪੁਰਾਣੀਆਂ PDF ਨੇ, ਦਮਦਮੇ ਵਾਲੀ ਬੀੜ ਕਹਿ ਲਈਏ, ਭਾਈ ਗੁਰਦਾਸ ਵਾਲੀ ਬੀੜ, ਅਸੀਂ ਉਹਦੇ ਤੇ ਜਿਹੜੀ ਨਾਲ ਮੈਚਿੰਗ ਕਰਦੇ ਹਾਂ ਵੀ ਇਹ ਉਹੀ ਹੈਂਡ ਰਾਈਟਿੰਗ ਹੈ, ਕਦੋਂ ਲਿਖੀ ਗਈ ਸੀ। ਪੱਥਰ ਦੇ ਛਾਪੇ ਵਾਲੀ ਤਾਂ ਅੱਖਰ ਜਿਹੜੇ ਹੋਏ ਨੇ ਉਹ ਖੁੱਲੇ ਹੋਣਗੇ। ਜੇ ਕਮਾਲ ਦੀ ਗੱਲ ਤੁਸੀਂ ਹੁਣੇ ਵਿੱਚ ਕਹੀ ਹੈ ਕਿ ਪੁਰਾਤਨ ਬੀੜਾਂ ਦੀ ਗੱਲ ਕੀਤੀ ਹੈ, ਹੱਥ ਲਿਖਤਾਂ ਦੀ ਗੱਲ ਕੀਤੀ ਹੈ। ਅੱਜ ਤੁਹਾਨੂੰ ਲੱਗਦਾ ਹੈ ਕਿਤੇ ਸਿੱਖ ਨੌਜਵਾਨੀ ਨੂੰ ਵੀ ਇਹਦੇ ਵੱਲ ਥੋੜ੍ਹਾ ਜਿਹਾ ਅਹਿਦ ਕਰਨਾ ਚਾਹੀਦਾ ਹੈ, ਕਿਉਂਕਿ ਗੁਰਬਾਣੀ ਲਿਖਣਾ ਵੀ ਬੜਾ ਜ਼ਰੂਰੀ ਹੈ। ਉਹ ਸਾਰਾ ਦਾ ਸਾਰਾ ਸਾਡਾ ਪ੍ਰਿੰਟਿੰਗ ਸਿਸਟਮ ਆ ਗਿਆ, ਅਸੀਂ ਉਹਨੂੰ ਬਿਲਕੁਲ ਹੀ ਛੱਡ ਗਏ ਹਾਂ। ਮੈਨੂੰ ਲੱਗਦਾ ਹੈ ਕਿ ਕਿਤੇ ਅੱਜ ਦੇ ਯੁੱਗ ਦੇ ਵਿੱਚ ਗਿਣੇ ਚੁਣੇ 2 ਜਾਂ 4 ਸਿੱਖ ਜਾਂ ਇਨਸਾਨ ਹੋਣਗੇ ਜਿਹੜੇ ਸ਼ਾਇਦ ਹੱਥ ਲਿਖਤ ਕਰਦੇ ਨੇ। ਬਿਲਕੁਲ, ਦੇਖੋ ਕਰਨ ਵਾਲਾ ਕੀ ਨਹੀਂ ਕਰ ਸਕਦਾ। ਸਿੱਖ ਦਾ ਕੰਮ ਆ ਸਾਰੀ ਜ਼ਿੰਦਗੀ ਸਿੱਖਦੇ ਰਹਿਣਾ। ਤੁਸੀਂ ਪਿੱਛੇ ਜੇ ਮੈਂ ਵੀਡੀਓ ਦਿਖਾਈ ਸੀ ਸਰਦਾਰ ਜਸਵੀਰ ਸਿੰਘ ਜੀ, ਸਰਦਾਰ ਜਸਵੀਰ ਸਿੰਘ ਜੀ ਜਿਹੜੇ ਨੇ ਉਹ ਹੈਗੇ ਨੇ ਇੱਥੇ ਦੇ ਦੇਹਰਾਦੂਨ ਦੇ। ਉਹਨਾਂ ਨੂੰ ਖੁਦ ਨੂੰ ਪੰਜਾਬੀ ਨਹੀਂ ਸੀ ਆਉਂਦੀ, ਉਹਨਾਂ ਦੀ ਘਰਵਾਲੀ ਨੂੰ ਪੰਜਾਬੀ ਆਉਂਦੀ ਸੀ। ਉਹ ਘਰਵਾਲੀ ਨੇ ਪੰਜਾਬੀ ਸਿਖਾਈ, ਮਨ 'ਚ ਚਾਅ ਆਇਆ। 8 ਸਾਲ ਦੇ ਵਿੱਚ ਹੱਥ ਨਾਲ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਸੰਪੂਰਨ ਲਿਖ ਦਿੱਤੇ। ਜਿਸ ਬੰਦੇ ਨੂੰ ਪੰਜਾਬੀ ਨਹੀਂ ਆਉਂਦੀ, ਅਗਰ ਉਹ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖ ਸਕਦਾ, ਅਸੀਂ ਕਿਉਂ ਨਹੀਂ। ਔਰ ਸਭ ਤੋਂ ਵੱਡੀ ਗੱਲ ਹੈ ਕਿ ਲੜੀਵਾਰ ਸਰੂਪ, ਜਦ ਤੱਕ ਅਸੀਂ ਖੁਦ ਨਹੀਂ ਲਿਖਾਂਗੇ। ਅਸੀਂ ਇੱਕ ਗੁਰਮੀਤ ਕੌਰ ਨੇ ਸਾਡੇ ਨਾਲ, ਸਿਮਰ ਸਿੰਘ ਜੀ, ਅਸੀਂ ਪਿੱਛੇ ਜੇ ਇੱਕ ਮੀਟਿੰਗ ਕੀਤੀ ਸੀ ਸਾਡੇ ਆਫਿਸ ਵਿੱਚ ਵੀ ਅਸੀਂ ਬੱਚਿਆਂ ਨੂੰ ਇੱਕ ਟਾਰਗੇਟ ਦਈਏ ਵੀ ਹੱਥ ਦੇ ਨਾਲ ਤੁਸੀਂ ਗੁਟਕਾ ਸਾਹਿਬ ਲਿਖਣੇ ਨੇ। ਪਹਿਲਾਂ ਆਪਾਂ 5 ਪੌੜੀਆਂ ਤੋਂ ਸ਼ੁਰੂ ਕਰਾਂਗੇ ਵੀ ਜਿਹੜੇ ਬੱਚੇ ਲਿਖ ਕੇ ਲੈ ਕੇ ਆਉਣਗੇ
ਔਰ ਅਸੀਂ ਕੁਝ ਨਹੀਂ ਦੱਸਾਂਗੇ ਬੱਚੇ ਨੂੰ, ਅਸੀਂ ਚੈੱਕ ਕਰਾਂਗੇ ਉਹ ਬੱਚਾ ਕਿਹੜੇ ਕਾਗਜ਼ ਤੇ ਲਿਖ ਰਿਹਾ, ਕਿਹੜੀ ਕਲਮ ਦੇ ਨਾਲ ਲਿਖ ਰਿਹਾ, ਕੀ ਬੱਚੇ ਦੀ ਸੋਚ ਆ, ਕਿਹੜੀ ਸਿਆਹੀ ਵਰਤ ਰਿਹਾ। ਬੱਚੇ ਖੁਦ ਇੰਨਾ ਦਿਮਾਗ ਆ ਬੱਚਿਆਂ ਦੇ ਕੋਲ, ਪਤਾ ਨਹੀਂ ਬੱਚੇ ਅਸੀਂ ਸੋਚ ਵੀ ਨਹੀਂ ਸਕਦੇ, ਸਾਡੀ ਸੋਚ ਤੋਂ ਅੱਗੇ ਤੱਕ ਬੱਚੇ ਪਹੁੰਚ ਸਕਦੇ ਨੇ। ਉਹਨਾਂ ਦੇ ਵਿੱਚੋਂ ਅਗਰ ਅਸੀਂ ਇਦਾਂ ਦਾ ਕੰਮ ਕਰ ਲੈਂਦੇ ਹਾਂ, ਉਹਨਾਂ ਦੇ ਵਿੱਚੋਂ ਅਗਰ 1 ਜਾਂ 2 ਬੱਚੇ ਵੀ ਉਹ ਸਾਹਮਣੇ ਆ ਗਏ ਜਿਨ੍ਹਾਂ ਨੇ ਐਸਾ ਜਪਜੀ ਸਾਹਿਬ ਦਾ ਸਰੂਪ ਲਿਖ ਦਿੱਤਾ, ਐਸਾ ਬਾਣੀ ਤਰੀਕੇ ਨਾਲ ਲਿਖ ਦਿੱਤੀ, ਮੇਰੇ ਖਿਆਲ ਦੇ ਨਾਲ ਉਹ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵੀ ਲਿਖ ਸਕਦੇ ਨੇ। ਔਰ ਜੇ ਘੱਟੋ ਘੱਟ ਇੰਨੀ ਸਿੱਖਾਂ ਦੀ ਸਾਡੇ ਕੋਲ ਮਹਾਰਾਜ ਦੀ ਕਿਰਪਾ, ਜੇ ਘੱਟੋ ਘੱਟ ਸਾਡੇ ਕੋਲ 1000 ਬੱਚਾ ਵੀ ਤਿਆਰ ਹੋ ਗਿਆ ਔਰ ਉਹ 1000 ਬੱਚਾ ਰੋਜ਼ਾਨਾ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲਿਖੇ, ਤਾਂ ਮੇਰੇ ਹਿਸਾਬ ਦੇ ਨਾਲ ਸਾਡੇ ਕੋਲੇ ਹੱਥ ਲਿਖ, ਹਾਂ ਮੇਰੇ ਹਿਸਾਬ ਦੇ ਨਾਲ ਜਿੰਨੇ ਹਿਸਟੋਰੀਕਲ ਗੁਰਦੁਆਰਾ ਸਾਹਿਬ ਨੇ, ਸਭ ਗੁਰਦੁਆਰਾ ਸਾਹਿਬ ਦੇ ਅੰਦਰ ਹੱਥ ਲਿਖਤ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜ਼ਰੂਰ ਹੋ ਜਾਣਗੇ। ਸੋ ਜਿਹੜਾ ਤੁਸੀਂ ਉੱਤਰਾਖੰਡ ਜਾ ਕੇ ਆਏ ਹੋ, ਉੱਤਰਾਖੰਡ ਦੇ ਵਿੱਚ ਅਸੀਂ ਦੇਖਿਆ ਇੱਕ ਤੁਸੀਂ ਦਿੱਲੀ ਦੇ ਕਿਸੇ ਇਲਾਕੇ ਦੇ ਵਿੱਚ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਨਗਾਰਾ ਲੱਭਿਆ ਸੀਗਾ, ਇੱਕ ਤੁਸੀਂ ਉੱਤਰਾਖੰਡ ਦੇ ਵਿੱਚ ਗਏ, ਉਹ ਦੋਨਾਂ ਸਥਾਨਾਂ ਬਾਰੇ ਜ਼ਰੂਰ ਜਾਣਕਾਰੀ ਦਿਓ। ਬਿਲਕੁਲ ਬਿਲਕੁਲ ਜੀ, ਦੇਖੋ ਜਦੋਂ ਆਪਾਂ ਕਿਸੇ ਮਿਸ਼ਨ ਤੇ ਨਿਕਲਦੇ ਹਾਂ, ਗੁਰੂ ਸਾਹਿਬ ਸਾਡੀ ਬਾਂਹ ਪਕੜਦੇ ਨੇ। ਜਿੱਦਾਂ ਹੀ ਸਾਨੂੰ ਪਤਾ ਲੱਗਦਾ, ਹੁਣ ਸਾਨੂੰ ਕੁਝ 2 ਐਸੀਆਂ ਚੀਜ਼ਾਂ ਪਤਾ ਲੱਗੀਆਂ ਨੇ ਸਿੱਖ ਕੌਮ ਦੀ ਧਰੋਹਰ ਦੇ, ਪਰ ਸਾਤੋਂ ਇੱਥੋਂ 800 ਕਿਲੋਮੀਟਰ ਹੈ, ਅਸੀਂ ਪਲੈਨਿੰਗ ਬਣਾ ਰਹੇ ਹਾਂ, ਬੜੀ ਜਲਦੀ ਅਸੀਂ ਨਿਕਲ ਲੈਣਾ, ਅਸੀਂ ਪਰਵਾਹ ਨਹੀਂ ਕਰਦੇ, ਅਰਦਾਸ ਕਰਦੇ ਹਾਂ ਤੇ ਨਿਕਲ ਲੈਂਦੇ ਹਾਂ। ਔਰ ਉਦੋਂ ਤੱਕ ਅਸੀਂ ਖੋਜ ਕਰਦੇ ਹਾਂ ਜਦੋਂ ਤੱਕ ਆਰ ਜਾਂ ਪਾਰ ਨਾ ਹੋ ਜਾਵੇ। ਸਾਨੂੰ ਪਤਾ ਲੱਗਿਆ ਕਿ ਮਾਨਪੁਰ ਦੇ ਵਿੱਚ ਵੀ ਐਸਾ ਨਗਾਰਾ ਪਿਆ, ਅਸੀਂ ਮਾਨਪੁਰ ਨਾਲ ਦੀ ਨਾਲ ਹੀ ਪਹੁੰਚ ਗਏ, ਪਤਾ ਕੀਤਾ, ਨੇੜੇ ਤੇੜੇ ਦੇ ਸਿੱਖ ਇਕੱਠੇ ਕੀਤੇ, ਔਰ ਜਿਹੜੇ ਪਿਛਲੇ 11 ਸਾਲਾਂ ਤੋਂ ਉੱਥੇ ਤੱਕ ਪਹੁੰਚ ਤਾਂ ਪਾਇਆ 1-2 ਵੀਰ, ਪਰ ਜਦੋਂ ਉਹਨਾਂ ਨੇ ਅੱਗੇ ਗੱਲ ਕੀਤੀ ਕਹਿੰਦੇ ਚੱਲ ਛੱਡ ਪਰੇ, ਤੈਨੂੰ ਕੀ ਪਤਾ। ਲੇਕਿਨ ਪਿੰਡ ਦੇ ਲੋਕਾਂ ਦੀ ਮਾਨਤਾ ਸੀ, ਤੇ ਇਸੇ ਤਰੀਕੇ ਦੇ ਨਾਲ ਅਸੀਂ ਮੇਰਠ ਤੋਂ ਸਰਦਾਰ ਗੁਰਦੀਪ ਸਿੰਘ ਜੀ, ਉਹਨਾਂ ਨੂੰ ਨਾਲ ਲੈ ਕੇ, ਉਹ ਪਿਛਲੇ 11 ਸਾਲਾਂ ਤੋਂ ਉਸ ਪਾਸੇ ਚੱਲੇ ਸੀ, ਉਹਨਾਂ ਦੀ ਬਾਂਹ ਪਕੜ ਕੇ ਅਸੀਂ ਉੱਥੇ ਤੱਕ, ਅਗਰ ਜੇ ਅੱਜ ਉਹ ਨਾ ਹੁੰਦੇ, ਅੱਜ ਤਕਰੀਬਨ ਕਾਫੀ ਉਮਰ ਹੋ ਚੁੱਕੀ ਹੈ, ਮੇਰੇ ਹਿਸਾਬ ਦੇ ਨਾਲ ਉਹ ਇਤਿਹਾਸ ਵੀ ਦੱਬਿਆ ਰਹਿ ਜਾਂਦਾ। ਤੇ ਅਸੀਂ ਗੁਰਦੀਪ ਸਿੰਘ ਨੂੰ ਕਿਹਾ ਵੀ ਗੁਰਦੀਪ ਸਿੰਘ ਜੀ ਤੁਸੀਂ ਪਰਵਾਹ ਨਾ ਕਰੋ, ਅਸੀਂ ਖੁਦ ਗੱਡੀ ਲੈ ਕੇ ਆ ਰਹੇ ਹਾਂ ਤੁਹਾਡੇ ਕੋਲ, ਤੁਹਾਨੂੰ ਖੁਦ ਲੈ ਕੇ ਨਾਲ ਚੱਲਾਂਗੇ, ਸਾਨੂੰ ਚਾਹੇ 2 ਗੱਡੀਆਂ ਲੈ ਕੇ ਆਉਣੀਆਂ ਪੈਣ। ਪਰ ਗੁਰਦੀਪ ਸਿੰਘ ਜੀ ਸਾਡੇ ਨਾਲ ਚੱਲੇ, ਮਾਨਪੁਰ ਵਿੱਚ ਪਹੁੰਚੇ, ਲੋਕਾਂ ਨੂੰ ਮਿਲੇ, ਔਰ ਉਹ ਜਦੋਂ ਅਸੀਂ ਨਗਾਰੇ ਬਾਰੇ ਪਤਾ ਕੀਤਾ, ਨਗਾਰੇ ਦਾ ਕੱਲੇ ਪਰਿਵਾਰਾਂ ਨੂੰ ਪਤਾ, ਲੋਕਾਂ ਨੂੰ ਪਤਾ ਕੀਤਾ, ਤਾਂ ਮਤਲਬ ਕਿ ਜਿਸ ਬੰਦੇ ਦੀ ਨਗਾਰੇ ਤੇ ਇੰਨੀ ਵੱਡੀ ਸ਼ਰਧਾ ਹੋ ਸਕਦੀ ਹੈ, ਗੁਰੂ ਸਾਹਿਬ ਜੀ ਹੁਕਮ ਕਰਕੇ ਗਏ ਨੇ ਵੀ ਜਿੱਥੇ ਤੱਕ ਤੁਹਾਡੇ ਨਗਾਰੇ ਦੀ ਆਵਾਜ਼ ਜਾਏਗੀ ਚੜ੍ਹਦੀ ਕਲਾ ਹੋਏਗੀ। ਜਿਸ ਵਿਅਕਤੀ ਦੀ ਅੱਜ ਨਗਾਰੇ ਤੇ ਐਡੀ ਵੱਡੀ ਸ਼ਰਧਾ ਹੋ ਸਕਦੀ ਹੈ, ਜੇ ਉਹਨਾਂ ਨੂੰ ਗੁਰਬਾਣੀ ਦੇ ਨਾਲ ਹੌਲੀ ਹੌਲੀ ਜੋੜਿਆ ਜਾ ਸਕੇ, ਤਾਂ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਸ਼ਰਧਾ ਕਿਉਂ ਨਹੀਂ ਹੋ ਸਕਦੀ। ਕਿਵੇਂ ਤੁਹਾਨੂੰ ਪਤਾ ਲੱਗਿਆ ਕਿ ਨਗਾਰਾ ਗੁਰੂ ਹਰਗੋਬਿੰਦ ਪਾਤਸ਼ਾਹ ਨਾਲ ਸੰਬੰਧਿਤ ਹੈ? ਕੋਈ ਇਤਿਹਾਸ ਵਿੱਚੋਂ ਵੀ ਉਹਦੀ ਜਾਣਕਾਰੀ ਮਿਲਦੀ ਹੈ? ਇਤਿਹਾਸ ਬਹੁਤ ਵੱਡਾ ਇਤਿਹਾਸ ਜਿਹੜਾ ਛੁਪਿਆ, ਉਹਦਾ ਕਾਰਨ ਕੀ ਆ? ਸਭ ਤੋਂ ਪਹਿਲਾਂ ਗਿਆਨੀ ਗਿਆਨ ਸਿੰਘ ਜੀ ਦੇ ਗੁਰੂ ਹੋਏ ਨੇ ਪੰਡਿਤ ਤਾਰਾ ਸਿੰਘ ਹਰ ਨਰੋਤਮ ਜੀ। ਉਹਨਾਂ ਦਾ ਗੁਰਤੀਰਥ ਸੰਗ੍ਰਹਿ ਨਾਮ ਦੀ ਕਿਤਾਬ ਹੈ, ਉਹਨਾਂ ਨੇ ਸਫ਼ਰ ਸ਼ੁਰੂ ਕੀਤਾ, ਉਹ ਆਪਣੇ ਰੂਟ ਤੇ ਨਿਕਲੇ, ਔਰ ਜਿਵੇਂ ਜਿਵੇਂ ਲੋਕਾਂ ਨੂੰ ਮਿਲਦੇ ਗਏ ਉਹ ਲਿਖਦੇ ਚਲੇ ਗਏ। ਕਿਹੜੀ ਸੰਨ ਦੀ ਬੁੱਕ ਹੈਗੀ ਇਹ? ਤਕਰੀਬਨ ਤੇ ਗਿਆਨੀ ਗਿਆਨ ਸਿੰਘ ਜੀ ਤੋਂ ਪਹਿਲਾਂ ਮੇਰੇ ਦਿਮਾਗ ਚੋਂ ਨਿਕਲ ਗਿਆ ਸਨ, ਹੁਣ ਗਿਆਨੀ ਗਿਆਨ ਸਿੰਘ ਦੇ ਗੁਰੂ ਹੋਏ ਨੇ ਜੀ। ਤੇ ਜਿਹੜੇ ਰਸਤੇ ਦੇ ਉੱਤੇ ਪੰਡਿਤ ਤਾਰਾ ਸਿੰਘ ਹਰ ਨਰੋਤਮ ਗਏ, ਉਹਨਾਂ ਰਸਤਿਆਂ ਦੇ ਉੱਤੇ ਗਿਆਨੀ ਗਿਆਨ ਸਿੰਘ ਜੀ ਗਏ, ਔਰ ਗਿਆਨੀ ਗਿਆਨ ਸਿੰਘ ਜੀ ਤੇ ਕਵੀ ਸੰਤੋਖ ਸਿੰਘ ਜੀ ਸਮਕਾਲੀ ਸੀ ਜੀ। ਇੱਕ ਪਾਸੇ ਗਿਆਨੀ ਗਿਆਨ ਸਿੰਘ ਜੀ ਜਾਂਦੇ ਨੇ, ਇੱਕ ਪਾਸੇ ਕਵੀ ਸੰਤੋਖ ਸਿੰਘ ਜੀ ਜਾਂਦੇ ਨੇ, ਕਿਤੇ ਦੋਨੋਂ ਇਕੱਠੇ ਹੋ ਜਾਂਦੇ। ਜਿਵੇਂ ਆਪਾਂ ਪੱਤਰਕਾਰ ਆਪਾਂ ਗੱਲ ਕਰਦੇ ਹਾਂ ਵੀ ਇਸ ਇਲਾਕੇ 'ਚ ਅਸੀਂ ਵੀ ਘੁੰਮ ਰਹੇ ਹਾਂ, ਤੁਸੀਂ ਵੀ ਘੁੰਮ ਰਹੇ, ਕਿਤੇ ਇਕੱਠੇ ਹੋ ਜਾਂਦੇ ਹਾਂ, ਕਿਤੇ ਅਸੀਂ ਵੱਖ-ਵੱਖ ਹੋ ਜਾਂਦੇ ਹਾਂ। ਔਰ ਕੰਮ ਸਾਡਾ ਇਹੀ ਹੈ ਕਿ ਅਸੀਂ ਆਪਣੇ ਇਤਿਹਾਸ ਨੂੰ, ਵਿਰਸਿਆਂ ਨੂੰ ਸਾਹਮਣੇ ਲੈ ਕੇ ਆਈਏ। ਤੇ ਜਿਹੜਾ ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ ਤਵਾਰੀ ਗੁਰੂ ਖਾਲਸਾ ਲਿਖਿਆ ਜੀ, ਠੀਕ ਹੈ, ਕਵੀ ਸੰਤੋਖ ਸਿੰਘ ਨੇ ਸੂਰਜ ਪ੍ਰਕਾਸ਼ ਲਿਖਿਆ। ਇੱਦਾਂ ਗ੍ਰੰਥ ਉਸ ਸਮੇਂ ਦੇ ਜਿਹੜੇ ਪੰਡਿਤ ਤਾਰਾ ਸਿੰਘ ਨਰੋਤਮ ਨੇ ਲਿਖੇ, ਉਹ ਤਾਂ ਸਾਡੇ ਸਾਹਮਣੇ ਆ ਗਏ, ਪਰ ਉਸ ਸਮੇਂ ਜਿਹੜੇ ਸਾਧਨ ਨਾ ਹੋਣ ਕਰਕੇ ਕਿਤੇ ਉਹਨਾਂ ਦੀ ਮਜਬੂਰੀ ਸੀ, ਨਹੀਂ ਜਾ ਸਕੇ। ਲੇਕਿਨ ਉਹ ਇਤਿਹਾਸ ਸੀ ਜ਼ਰੂਰ, ਮੌਜੂਦਾ ਜ਼ਰੂਰ ਸੀ, ਉਹਦੇ ਵਿੱਚ ਲਿਖਿਆ ਹੋਇਆ ਨਹੀਂ, ਲਿਖਿਆ ਹੋਇਆ ਨਹੀਂ। ਜਿਹੜਾ ਤਾਂ ਉਹਨਾਂ ਨੇ ਲਿਖ ਲਿੱਤਾ ਉਹ ਤਾਂ ਅਸੀਂ ਲੱਭ ਲਏ ਸਾਰੇ ਜੀ। ਔਰ ਅਸੀਂ ਇੰਨਾ ਦਾਅਵਾ ਕਰ ਸਕਦੇ ਹਾਂ, ਅਗਰ ਸੰਸਥਾਵਾਂ ਸਾਡੇ ਨਾਲ ਖੜੀਆਂ ਹੋ ਜਾਣ, ਸਾਡੇ ਕੋਲ ਇੰਨੇ ਕੁ ਇਤਿਹਾਸਕ ਸਥਾਨ ਲਿਖੇ ਹੋਏ ਨੇ, ਫੋਟੋਗ੍ਰਾਫੀ ਕੀਤੀ ਹੈ, ਵੀਡੀਓਗ੍ਰਾਫੀ ਕੀਤੀ ਹੈ, ਔਰ ਅਪਰੂਵਡ ਨੇ ਗ੍ਰੰਥਾਂ 'ਚ ਲਿਖੇ ਹੋਏ, ਜਿਹੜੇ ਖਤਮ ਹੋ ਚੁੱਕੇ ਨੇ। ਪਾਕਿਸਤਾਨ ਦੇ ਨਾਲੋਂ ਭੈੜਾ ਹਾਲ ਆਪਣੇ ਭਾਰਤ ਦੇ ਵਿੱਚ ਆ ਗੁਰੂ ਅਸਥਾਨਾਂ ਦਾ। ਅੱਜ ਮੈਂ ਬਾਬਾ ਜੀ ਨੂੰ ਫੋਟੋਆਂ ਦਿਖਾਈਆਂ, ਅਮਰੀਕ ਸਿੰਘ ਜੀ ਨੂੰ ਵੀ, ਆਹ ਸਥਾਨ ਆ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ, ਇੱਥੇ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਆ, ਇੱਥੇ ਇਹ ਸ਼ਬਦ ਉਚਾਰਨ ਕੀਤਾ ਔਰ ਲਿਖਿਆ ਹੋਇਆ ਇਤਿਹਾਸ ਦੇ ਪੰਨਿਆਂ ਦੇ ਉੱਤੇ। ਤੇ ਉਹ ਨਹੀਂ ਸਾਤੋਂ ਸਾਂਭੇ ਜਾ ਰਹੇ। ਪਰ ਜਦੋਂ ਸਾਨੂੰ ਪਤਾ ਲੱਗਿਆ ਵੀ ਨੇਗੀ ਸਿੱਖ, ਅਸੀਂ ਸਭ ਤੋਂ ਪਹਿਲਾਂ ਜਿਹੜੀ ਹਿਮਾਚਲ ਦੀ ਕਿਤਾਬਾਂ ਸੀਆਂ,
ਸੌਰੀ ਉੱਤਰਾਖੰਡ ਦੀਆਂ ਕਿਤਾਬਾਂ ਸੀ ਜਿਹੜੀਆਂ ਅਸੀਂ ਉਹ ਪੜ੍ਹੀਆਂ। ਉੱਤਰਾਖੰਡ ਦੀ ਜਿਹੜੀ ਉੱਥੇ ਦੀ ਆਪਣਾ ਕਿਤਾਬ ਆ ਉਹਦੇ ਵਿੱਚ ਲਿਖਿਆ ਸੀ ਨੇਗੀ ਸਿੱਖਾਂ ਦੇ ਬਾਰੇ। ਅਸੀਂ ਉਹ ਕਿਤਾਬ ਦੇ ਵਿੱਚ ਪੜ੍ਹਿਆ ਤੇ ਜਸਵੀਰ ਸਿੰਘ ਜੀ ਸਾਡੇ ਦੇਹਰਾਦੂਨ ਤੋਂ ਜਿਹੜੇ ਅੱਛਾ ਇੱਕ ਹੋਰ ਨੇਗੀ ਸਿੱਖਾਂ ਦੇ ਵਿੱਚੋਂ ਇੱਕ ਐਸਾ ਸਿੱਖ ਹੋਇਆ ਜਿਹਨੇ 250 ਕਿਤਾਬਾਂ ਉਹ ਲਿਖੀਆਂ ਨੇ ਬ੍ਰੇਲ ਲਿਪੀ ਵਿੱਚ, ਜਿਨ੍ਹਾਂ ਨੂੰ ਅੱਖਾਂ ਤੋਂ ਨਹੀਂ ਦਿਖਦਾ ਨਾ ਜੀ ਉਹ ਵੀ ਪੜ੍ਹ ਸਕਦੇ ਨੇ, ਔਰ ਅੰਮ੍ਰਿਤਸਰ ਪਈਆਂ ਨੇ ਤੁਹਾਡੇ 250 ਕਿਤਾਬ ਅੱਜ ਹੱਥ ਜਿਹੜੀ ਲਿਖੀ ਹੋਈ ਨੇਗੀ ਸਿੱਖਾਂ ਦੇ ਵਿੱਚੋਂ ਇੱਕ ਅੰਮ੍ਰਿਤਧਾਰੀ ਸਿੱਖ ਹੋਇਆ। ਨੇਗੀ ਸਿੱਖਾਂ ਦੇ ਵੱਲੋਂ 250 ਕਿਤਾਬਾਂ ਲਿਖੀਆਂ ਹੋਈਆਂ ਨੇ ਔਰ ਉਹ ਅੰਮ੍ਰਿਤਸਰ ਦੇ ਅੰਦਰ ਪਈਆਂ ਨੇ। 250 ਜੇ ਕਿਤਾਬਾਂ ਉਹ ਸਾਹਮਣੇ ਆ ਜਾਂਦੀਆਂ ਨੇ ਤੇ ਸਾਡਾ ਤਾਂ ਇਤਿਹਾਸ ਹੀ ਬਦਲ ਸਕਦਾ ਜੀ। ਅਸੀਂ ਹਰ ਇੱਕ ਜਿਹੜੇ ਬਲਾਈਂਡ ਬੱਚੇ ਨੇ ਉਹਨਾਂ ਨੂੰ ਇਤਿਹਾਸ ਪੜ੍ਹਾ ਸਕਦੇ ਹਾਂ, ਗੁਰਬਾਣੀ ਪੜ੍ਹਾ ਸਕਦੇ ਹਾਂ। ਹੁਣ ਉਹ ਉੱਥੋਂ ਆ ਕੇ ਜਸਵੀਰ ਸਿੰਘ ਜੀ ਤੱਕ ਦੱਸਦੇ ਨੇ ਵੀ ਸਾਡਾ ਪਿਛੋਕੜ ਗੁਰੂ ਗੋਬਿੰਦ ਸਿੰਘ ਜੀ ਨਾਲ ਜੁੜਿਆ ਹੋਇਆ ਤੇ ਸਰਦਾਰ ਜਸਵੀਰ ਸਿੰਘ ਜੀ ਸਾਨੂੰ ਬਾਂਹ ਪਕੜ ਕੇ ਨਾਲ ਲੈ ਕੇ ਚੱਲਦੇ ਨੇ। ਤੇ ਅਸੀਂ ਜਦੋਂ ਸਰਦਾਰ ਜਸਵੀਰ ਸਿੰਘ ਜੀ ਦੇ ਨਾਲ ਗਏ, ਜਿੱਥੇ ਰਸਤੇ ਜਿਹੜੇ ਹੁਣ ਇੰਨੇ ਭੈੜੇ ਰਸਤੇ ਨੇ ਸੜਕਾਂ ਬਣਨ ਦੇ ਬਾਵਜੂਦ ਵੀ, ਪਰ ਇਦੋਂ ਪਹਿਲਾਂ ਗੱਲ ਕਰੀਏ ਆਪਾਂ 10 ਸਾਲ 20 ਸਾਲ ਉਦੋਂ ਕੀ ਹਾਲਾਤ ਹੋਣਗੇ, ਉੱਥੇ ਤੱਕ ਸਿੱਖ ਕੋਈ ਗਿਆ ਹੀ ਨਹੀਂ ਹੈਗਾ, ਰਸਤੇ ਹੀ ਨਹੀਂ ਸੀ ਕੋਈ। ਲੇਕਿਨ ਉਸ ਸਮੇਂ ਵੀ ਉਹਨਾਂ ਨੇ ਥੋੜ੍ਹੀਆਂ ਕੱਚੀਆਂ ਜਗ੍ਹਾ ਬਣਾ ਕੇ, ਅਸੀਂ ਸਰਦਾਰ ਹਾਂ ਗੁਰੂ ਗੋਬਿੰਦ, ਪਹਿਲਾਂ ਬਾਣਾ ਪਾਉਂਦੇ ਸੀ ਫਿਰ ਹੌਲੀ ਹੌਲੀ ਬਾਣੇ ਨਾਲੋਂ ਟੁੱਟੇ, ਹੌਲੀ ਹੌਲੀ ਜਿਵੇਂ ਇੱਕ ਪਰਿਵਾਰ ਗਿਆ ਉਹਨਾਂ ਦੇ ਵਿਆਹ ਉੱਥੇ ਹੋਣ ਲੱਗ ਗਏ ਤੇ ਉੱਥੇ ਦੋ ਮਤ ਹੋ ਗਏ। ਜਿੱਥੇ ਵਿਆਹ ਹੁੰਦਾ ਸੀ ਉਹ ਉਹਨਾਂ ਦੀ ਘਰ ਵਾਲੀ ਹਿੰਦੂ ਰੀਤੀ 'ਚ ਹੁੰਦੀ ਸੀ, ਆਪ ਉਹ ਸਰਦਾਰ ਹੁੰਦੇ, ਦੋ ਮੇਲ ਹੋ ਗਏ। ਜਿਹੜੇ ਬੱਚੇ ਸੀ ਉਹਨਾਂ ਨੂੰ ਇਤਿਹਾਸ ਤਾਂ ਯਾਦ ਰਿਹਾ ਪਰ ਆਪਣਾ ਰੂਪ ਭੁੱਲ ਗਿਆ। ਜਿਵੇਂ ਸ਼ੇਰ ਦੇ ਨਾਲ ਹੁੰਦਾ ਨਾ, ਸ਼ੇਰ ਦਾ ਬੱਚਾ ਵਿਛੜ ਜਾਂਦਾ ਤੇ ਭੇਡਾਂ 'ਚ ਰਲ ਜਾਂਦਾ, ਜਾ ਕੇ ਕੰਮ ਉਹਨਾਂ ਦੇ ਨਾਲ ਉਹ ਹੋਇਆ। ਉਹ ਵਿਛੜ ਤਾਂ ਗਏ, ਟੁੱਟ ਤਾਂ ਗਏ, ਪਰ ਅੰਦਰੋਂ ਸ਼ੇਰ ਨੇ। ਅੱਜ ਵੀ ਨੇਗੀ ਸਿੱਖਾਂ ਦੇ ਵਿੱਚੋਂ ਮਿਲਟਰੀ ਦੇ ਵਿੱਚ ਕੈਪਟਨ ਕੀ ਇਹ ਕਹਿ ਲਈ ਬ੍ਰਿਗੇਡੀਅਰ ਕੀ, ਅੱਜ ਉੱਥੇ ਦੇ ਸਰਦਾਰ ਨੇਗੀ ਸਿੱਖ ਜਿਹੜੇ ਆਪਣੇ ਆਪ ਨੂੰ ਕਹਾਉਂਦੇ ਨੇ ਸਿੰਘਾਂ ਵਾਲੇ ਨਾਮ, ਉਹਨਾਂ ਨੇ ਵੱਧ ਤੋਂ ਵੱਧ ਮੱਲਾਂ ਮਾਰੀਆਂ ਹੋਈਆਂ ਨੇ। ਔਰ ਪਿੰਡ ਵਿੱਚ 3 ਪਿੰਡ ਤਾਂ ਮੇਨ ਨੇ, ਪਿਪਲੀ ਸਾਹਿਬ ਪਿੰਡ ਹੈਗਾ ਜੀ, ਤੇ ਹੋਰ ਉਹਦੇ ਨਾਲ ਕਈ ਪਿੰਡਾਂ ਦੀ ਖੋਜ ਚੱਲਦੀ ਹੈ ਜਿਹੜੇ ਆਪਣੇ ਨਾਮ ਦੇ ਨਾਲ ਸਿੰਘ ਸ਼ਬਦ ਲਵਾਉਂਦੇ ਨੇ, ਆਪਣੇ ਆਪ ਨੂੰ ਸਰਦਾਰ ਕਹਿੰਦੇ ਨੇ। ਪਰ ਜਦੋਂ ਪੰਜਾਬ 'ਚ ਆ ਕੇ ਦੱਸਦੇ ਨੇ ਅਸੀਂ ਸਰਦਾਰ ਹੈ, ਕਹਿੰਦੇ ਚਲੋ ਭਈਏ ਕਹਾਂ ਸੇ ਆ ਗਿਆ ਤੂੰ ਤਾਂ ਭਈਆ, ਇੱਥੋਂ ਉਹਨਾਂ ਦਾ ਦਿਲ ਟੁੱਟ ਜਾਂਦਾ, ਇੱਥੋਂ ਵਾਪਸ ਚਲੇ ਜਾਂਦੇ ਨੇ। ਦੱਸਣਾ ਚਾਹੁੰਦੇ ਨੇ ਪਰ ਅਸੀਂ ਸੁਣਨਾ ਨਹੀਂ ਚਾਹੁੰਦੇ। ਪਰ ਜਦੋਂ ਅਸੀਂ ਉਹਨਾਂ ਪਿੰਡਾਂ 'ਚ ਜਾ ਕੇ ਵੇਖਿਆ, ਵਿਚਰਿਆ ਤੇ ਉਹਨਾਂ ਦੀ ਸ਼ਰਧਾ ਵੇਖੀ ਤਾਂ ਤੁਸੀਂ ਸੋਚ ਨਹੀਂ ਸਕਦੇ। ਔਰ ਉਹਨਾਂ ਦੇ ਕੋਲ ਸੰਭਾਲਿਆ ਹੋਇਆ ਕੀ ਆ, ਇੱਕ ਤਾਂ ਗੁਰੂ ਸਾਹਿਬ ਜੀ ਦਾ ਸਤਿਕਾਰ ਕਿਵੇਂ, ਅਸੀਂ ਕੌਣ ਆ ਉਹ, ਔਰ ਜਿਹੜਾ ਸਭ ਤੋਂ ਪਹਿਲਾਂ ਦਿਆਲ ਸਿੰਘ ਆ ਕੇ ਵਸਿਆ ਸੀ ਉਹਦਾ ਕੁਰਸੀਨਾਮਾ ਅੱਜ ਵੀ ਉੱਥੇ ਮੌਜੂਦ ਹੈ। ਤੇ ਉਹਨਾਂ ਨੇ ਜਗ੍ਹਾ ਉਹ ਚੂਜ਼ ਕੀਤੀ ਜਿੱਥੇ ਗੁਰੂ ਨਾਨਕ ਸਾਹਿਬ ਜੀ ਆ ਕੇ ਬੈਠੇ ਸੀ, ਪਿੱਪਲ ਦੇ ਦਰਖਤ ਦੇ ਥੱਲੇ। ਐਦਾਂ ਇਤਿਹਾਸ ਉਹਨਾਂ ਕੋਲ ਸਾਂਭਿਆ ਪਿਆ, ਪਰ ਸਾਡੇ ਸੋਚ ਦੇ ਮੁਤਾਬਕ ਉੱਥੇ ਤੱਕ ਕੋਈ ਪਹੁੰਚਿਆ ਨਹੀਂ। ਤੇ ਇਤਿਹਾਸ ਸਾਡੇ ਤੱਕ ਕੁੰਵਰ ਸਿੰਘ ਨੇਗੀ 250 ਕਿਤਾਬਾਂ ਲਿਖਣ ਵਾਲਾ ਵਿਅਕਤੀ ਅੱਜ ਦੁਨੀਆ ਤੋਂ ਤਾਂ ਜਾ ਚੁੱਕਿਆ। ਕਿਰਾਏ ਤੇ ਕਮਰੇ ਲੈ ਕੇ ਰਹਿ ਕੇ ਉਹ ਕਿਤਾਬਾਂ ਲਿਖਦਾ ਰਿਹਾ। ਅੱਜ ਅੰਮ੍ਰਿਤਸਰ ਤੱਕ ਕਿਤਾਬਾਂ ਪਈਆਂ ਨੇ, ਅਸੀਂ ਕਢਾਉਣੀਆਂ ਨੇ ਕਿਤਾਬਾਂ, ਪੰਥ ਦੇ ਸਾਹਮਣੇ ਲੈ ਕੇ ਆਉਣੀਆਂ ਨੇ। ਉਹਨੇ ਆ ਕੇ ਥੱਲੇ ਆ ਕੇ ਉੱਤਰਾਖੰਡ ਤੋਂ ਬਾਹਰ ਆ ਕੇ ਦੱਸਿਆ ਵੀ ਸਾਡੇ ਵੀ ਪਰਿਵਾਰ ਕੋਈ ਵਸਦੇ ਨੇ। ਇੱਕ ਸਿੰਘ ਸਜਿਆ ਸੀ ਜਿਹੜਾ, ਜਿੱਥੋਂ ਕਿ ਸਰਦਾਰ ਜਸਵੀਰ ਸਿੰਘ ਨੂੰ ਪਤਾ ਲੱਗਿਆ, ਕੁਝ ਕੁ ਬੰਦਿਆਂ ਨੂੰ ਹੋਰ ਸੀ। ਔਰ ਜਿੱਥੇ ਤੱਕ ਨੇਗੀ ਸਿੱਖ ਹੁਣ ਸਾਡੇ ਨਾਲ ਜੁੜੇ ਨੇ ਉਹ ਤਾਂ ਪਤਾ ਨਹੀਂ ਕਿੱਥੋਂ ਜੁੜ ਗਏ, ਕੋਈ ਅਮਰੀਕਾ ਬੈਠਾ, ਕੋਈ ਕੈਨੇਡਾ ਬੈਠਾ। ਕਿ ਖੋਜੀ ਸਾਹਿਬ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਨੇਗੀ ਸਿੱਖ ਕੋਈ ਜਾਤ ਜਾਂ ਗੋਤ ਨਹੀਂ ਹੈ, ਅਸੀਂ ਸਿੱਖਾਂ ਆਪਣੇ ਆਪ ਨੂੰ ਨੇਗੀ ਸਿੱਖ ਕਹਾਉਂਦੇ ਹਾਂ ਵੀ ਇਹ ਵੀ ਲੋਕ ਕਿਤੇ ਵੱਸਦੇ ਨੇ ਜਿਹੜੇ ਤੁਹਾਡੇ ਆਪਣੇ ਨੇ, ਇਹਨਾਂ ਨੂੰ ਆ ਕੇ ਸੰਭਾਲ ਲਓ। ਸੋ ਇੱਕ ਹੋਰ ਬੜੀ ਮੇਨ ਗੱਲ ਹੈ ਵੀ ਤੁਸੀਂ ਇਹਦੇ ਨਾਲ ਜੁੜੇ ਹੋਏ ਹੋ, ਅੱਗੇ ਕਿਹੜੀਆਂ ਹੋਰ ਖੋਜਾਂ ਜਿਹੜੀਆਂ ਤੁਸੀਂ ਕਰ ਰਹੇ ਹੋ, ਜਿਹੜੀਆਂ ਅੱਗੇ ਤੁਹਾਡੇ ਤੱਕ ਪਹੁੰਚ ਚੁੱਕੀਆਂ ਨੇ ਪਰ ਖੋਜਣੀਆਂ ਬਾਕੀ ਨੇ, ਉਹ ਕਿਹੜੀਆਂ? ਬਿਲਕੁਲ ਜੀ, ਮੈਂ ਖੁਦ ਆਪਣੇ ਆਪ ਨੂੰ ਮੈਂ ਨਹੀਂ ਕਹਾਂਗਾ, ਅਸੀਂ ਕਹਾਂਗੇ ਸਾਡੀ ਇੱਕ ਟੀਮ 14 ਸਾਲ ਦੇ ਬੱਚੇ ਤੋਂ ਲੈ ਕੇ ਸਾਡੇ ਨਾਲ, ਇੱਕ ਤੁਸੀਂ ਵੀ ਸਾਡੀ ਟੀਮ ਦਾ ਹਿੱਸਾ, ਕੋਈ ਵੀ ਜਿਹੜਾ ਸਾਡੇ ਨਾਲ ਜੁੜਦਾ ਸਾਡੀ ਟੀਮ ਦਾ ਹਿੱਸਾ, ਇੱਕ ਖੋਜ ਵਿਚਾਰ ਦਾ ਹਿੱਸਾ ਹੈ। ਮੈਂ ਨਹੀਂ ਕਹਾਂਗਾ, ਸਾਡੇ ਨਾਲ ਜਿਹੜੇ ਅਸੀਂ ਸਾਰੇ ਜੁੜੇ ਹੋਏ ਹਾਂ। ਗੁਰੂ ਨਾਨਕ ਸਾਹਿਬ ਜੀ ਦੀ ਰਬਾਬ, ਇੱਕ ਰਬਾਬ ਦੀ ਖੋਜ ਤੱਕ ਤਾਂ ਜਾ ਚੁੱਕੇ ਹਾਂ, ਇੱਕ ਰਬਾਬ ਤੱਕ ਹੋ ਜਾ ਰਹੇ। ਇੱਕ ਐਸਾ ਪਿੰਡ ਆ ਜਿੱਥੇ ਰਬਾਬਾਂ ਪਈਆਂ ਨੇ, ਘਰ ਰਬਾਬਾਂ ਪਈਆਂ ਨੇ। ਇੱਕ ਐਸਾ ਪਿੰਡ ਆ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਮੂਰਤੀ ਬਣਾ ਕੇ ਗੁਰੂ ਗੋਬਿੰਦ ਸਿੰਘ ਨੂੰ ਇਸ਼ਟ ਗੁਰੂ ਮੰਨ ਰਹੇ ਨੇ। ਕੁਝ ਹੋਰ ਇੱਕ ਐਸੇ ਇਤਿਹਾਸ ਨੇ। ਪਰ ਹੁਣ ਜਿਹੜੀ ਅਗਲੀ ਪਹਿਲ ਆ ਸਾਡੀ, ਉਹ ਹੈ ਅਸੀਂ ਟੁੱਟ ਕੇ ਪ੍ਰਚਾਰ ਕਰ ਰਹੇ ਹਾਂ। ਟੁੱਟਣ ਦਾ ਮਤਲਬ ਇਹ ਹੈ ਕਿ
ਸਾਨੂੰ ਪਤਾ ਲੱਗਦਾ ਕਿ 500 ਕਿਲੋਮੀਟਰ ਜਾਣਾ, ਉੱਥੋਂ ਫਿਰ ਵਾਪਸ ਆਏ, 800 ਕਿਲੋਮੀਟਰ ਜਾਣਾ, ਫਿਰ ਵਾਪਸ ਆਏ। ਜਿੱਦਾਂ ਗੁਰੂ ਤੇਗ ਬਹਾਦਰ ਸਾਹਿਬ ਮਾਰਗ ਕਵਰ ਕੀਤਾ ਗਿਆ, ਅੱਜ ਅਸੀਂ YouTube ਤੇ ਦੇਖੋ ਖੋਜ ਵਿਚਾਰ ਤੇ ਸੰਪੂਰਨ ਗੁਰੂ ਤੇਗ ਬਹਾਦਰ ਸਾਹਿਬ ਦਾ ਮਾਰਗ ਕੰਪਲੀਟ ਕੀਤਾ। ਹੁਣ ਅਸੀਂ ਗੁਰੂ ਗੋਬਿੰਦ ਸਿੰਘ ਦਾ ਜਿਹੜਾ ਮਾਰਗ ਹੈ ਵੀ ਘੱਟੋ ਘੱਟ ਆਪਣੀ ਜ਼ਿੰਦਗੀ 'ਚ ਇੱਕ ਮਾਰਗ ਤਾਂ ਕੰਪਲੀਟ ਕਰ ਲਈਏ। ਧੰਨਾ ਸਿੰਘ ਪਟਿਆਲਵੀ ਨੇ ਲਿਖਿਆ, ਹੋਰ ਕਈ ਵੀਰਾਂ ਨੇ ਜਿਹੜੇ ਗ੍ਰੰਥ ਲਿਖੇ, ਅਸੀਂ ਸਾਰੇ ਗ੍ਰੰਥ ਇਕੱਠੇ ਕਰ ਲਏ ਨੇ। ਉਹਨਾਂ ਤੋਂ ਬਿਨਾਂ ਹਲੇ ਹੋਰ ਵੀ ਗ੍ਰੰਥ ਹੈਗੇ ਨੇ ਜਿਹੜੇ ਅਸੀਂ ਇਕੱਤਰ ਕਰਨੇ ਨੇ, ਪਰ ਕੁਝ ਐਸੇ ਸਥਾਨ ਨੇ ਜਿਹੜੇ ਗੁਪਤ ਪਏ ਨੇ। ਅਸੀਂ ਇਲਾਹਾਬਾਦ ਤੋਂ ਸ਼ੁਰੂ ਹੋਵਾਂਗੇ ਜੀ, ਇੱਕ ਵਾਢੇ ਤੋਂ ਜੀ। ਇਲਾਹਾਬਾਦ ਮਾਤਾ ਦੇ ਉਦਰ ਦੇ ਵਿੱਚ ਜਦੋਂ ਗੋਬਿੰਦ ਰਾਏ ਜੀ ਦਾ ਪ੍ਰਕਾਸ਼ ਹੁੰਦਾ ਹੈ, ਤਹੀ ਪ੍ਰਕਾਸ਼ ਹਮਾਰਾ ਪਇਓ ਪਟਨਾ ਸ਼ਹਿਰ ਵਿਖੇ ਭਵ ਲਿਓ। ਪਟਨਾ ਸਾਹਿਬ ਤੋਂ ਫਿਰ ਵਾਪਸ ਗੁਰੂ ਗੋਬਿੰਦ ਸਿੰਘ ਜੀ ਆਉਂਦੇ ਨੇ, ਕਿੱਦਾਂ ਜਵਾਨ ਹੁੰਦੇ ਨੇ, ਕਿੱਦਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪੌਂਟਾ ਸਾਹਿਬ ਜਾਂਦੇ ਨੇ, ਕਿੱਦਾਂ ਭੰਗਾਣੀ ਦਾ ਯੁੱਧ ਹੁੰਦਾ, ਕਿੱਦਾਂ ਅੱਗੇ ਜੰਗਾਂ ਲੜੀਆਂ ਜਾਂਦੀਆਂ ਨੇ। ਔਰ ਇਹ ਸਾਰਾ ਇਤਿਹਾਸ ਉਹਨਾਂ ਮਾਰਗ ਤੇ ਚੱਲ ਕੇ, ਰੂਟ ਤੇ ਚੱਲ ਕੇ, ਸਾਡੇ ਕੋਲ ਰੂਟ ਪਲਾਨ ਹੀ ਨਹੀਂ ਹੈਗਾ ਯੂਨੀਵਰਸਿਟੀ ਵੱਲੋਂ ਛਾਪਿਆ ਹੋਇਆ। ਉਹ ਸਿਰਫ ਜਿਹੜਾ ਮਾਰਗ ਹੈ ਆਨੰਦਪੁਰ ਸਾਹਿਬ ਤੋਂ ਦਮਦਮਾ ਸਾਹਿਬ ਤੱਕ ਦਾ, ਇਲਾਹਾਬਾਦ ਤੋਂ ਪਟਨਾ ਸਾਹਿਬ ਤੋਂ ਲੈ ਕੇ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਤੱਕ ਦਾ ਮਾਰਗ ਅਸੀਂ ਕੰਪਲੀਟ ਕਰਨਾ ਚਾਹੁੰਦੇ ਹਾਂ। ਪਰ ਇਹਦੇ ਲਈ ਸਾਨੂੰ ਘੱਟੋ ਘੱਟ 5 ਸਾਲ ਲੱਗਣੇ ਨੇ। ਤੇ ਫਿਰ ਅਸੀਂ ਅਗਰ ਗੁਰੂ ਗੋਬਿੰਦ ਸਿੰਘ ਦਾ ਮਾਰਗ, ਗੁਰੂ ਤੇਗ ਬਹਾਦਰ ਸਾਹਿਬ ਦਾ ਮਾਰਗ ਕੰਪਲੀਟ ਹੋ ਗਿਆ, ਪਰ ਅਸੀਂ ਆਪਣੇ ਆਪ ਨੂੰ ਅਧੂਰਾ ਸਮਝਦੇ ਹਾਂ, ਹੋਰ ਕੁਝ ਵੀ ਐਡ ਹੋ ਸਕਦਾ। ਜੋ ਹੋਏਗਾ ਅਸੀਂ ਨਾਲ ਦੀ ਨਾਲ ਕਰੀ ਜਾਵਾਂਗੇ। ਪਰ ਜੇ ਸੰਸਥਾਵਾਂ ਸਾਡੇ ਨਾਲ ਖੜੀਆਂ ਹੋ ਜਾਣ ਤਾਂ ਅਸੀਂ 5 ਸਾਲ ਵਿੱਚ 30 ਸਾਲ ਦਾ ਜਿਹੜਾ ਸਾਡਾ ਐਕਸਪੀਰੀਅੰਸ ਹੈਗਾ, 30 ਸਾਲ ਦੀ ਜਿਹੜੀ ਮਿਹਨਤ ਹੈ, ਉਹ ਪੂਰੇ 5 ਸਾਲਾਂ ਦੇ ਵਿੱਚ ਅਸੀਂ ਲਗਾ ਕੇ, ਸਾਡੀ ਟੀਮ ਲਗਾ ਕੇ, ਅਸੀਂ ਗੁਰੂ ਗੋਬਿੰਦ ਸਿੰਘ ਮਾਰਗ ਪੂਰਾ ਡਿਜੀਟਲ ਮਾਰਗ, ਜਿਹਦੇ ਵਿੱਚ ਫੋਟੋਆਂ, ਵੀਡੀਓ, ਮਾਰਗ, ਨਕਸ਼ੇ, ਰੂਟ, ਸਿੱਖ ਕੀ ਉੱਥੇ ਹੁੰਦਾ ਹੈ, 1947 ਤੋਂ ਪਹਿਲਾਂ ਕੀ ਸੀ, ਹੁਣ ਕੀ ਹੈ, ਕੀ ਬਣਿਆ, ਕੀ ਨਹੀਂ ਬਣਿਆ, ਕਿੰਨੇ ਦਰਖਤ ਬਚੇ ਨੇ, ਕਿੰਨੇ ਸਿੱਖ ਬਚੇ ਨੇ, ਕਿੰਨੇ ਸੰਬੰਧਿਤ ਨਾਲ ਇਤਿਹਾਸ ਬਚਿਆ, ਉਹ ਇੱਕ ਵਾਰ ਸਾਡੇ ਸਿੱਖਾਂ ਦੇ ਅੱਗੇ ਜ਼ਰੂਰ ਰੱਖ ਦੇਵਾਂਗੇ। ਮਹਾਰਾਜਾ ਰਣਜੀਤ ਸਿੰਘ ਦੀ ਗੱਲ ਕਰਦੇ ਹਾਂ ਤਾਂ ਜਿਵੇਂ ਹੁਣੇ ਜ਼ਮੀਨ ਦੋਜ਼ ਹੋਈ, ਇੱਕ ਇਮਾਰਤ ਨਿਕਲੀ ਹੈਗੀ ਆ ਜਿਹੜੀ ਸੰਤ ਸਿੰਘ ਜਿਹੜੇ ਗ੍ਰੰਥੀ, ਹੈੱਡ ਗ੍ਰੰਥੀ ਸੀ ਸ਼੍ਰੀ ਦਰਬਾਰ ਸਾਹਿਬ, ਉਹਨਾਂ ਨੂੰ ਮਹਾਰਾਜਾ ਰਣਜੀਤ ਸਿੰਘ ਦੁਆਰਾ ਭੇਟ ਕੀਤਾ ਹੋਇਆ ਉਹ ਇੱਕ ਮਹਿਲ ਸੀਗਾ। ਸੋ ਉਹ ਬੁੰਗਾ ਵੀ ਉਹਨੂੰ ਕਿਹਾ ਜਾਂਦਾ ਹੈ, ਗਿਆਨੀਆਂ ਦਾ ਬੁੰਗਾ ਉਹ ਵੱਜਦਾ ਹੈ। ਉਹ ਮਹਾਰਾਜੇ ਜਿਹੜੇ ਹੁੰਦੇ ਸੀਗੇ ਜਾਂ ਸਰਕਾਰ ਦੇ ਨੁਮਾਇੰਦੇ ਜਿਹੜੇ ਸੀਗੇ, ਜਿਹੜੀ ਸਰਕਾਰ ਸੀਗੇ, ਉਹ ਗ੍ਰੰਥੀ ਸਿੰਘਾਂ ਤੱਕ ਵੀ ਇੰਨੇ ਵੱਡੇ ਉਹਨਾਂ ਨੂੰ ਕੀ ਕਹਿੰਦੇ ਅਸੀਂ ਤੋਹਫੇ ਦਿੰਦੇ ਸੀਗੇ ਜਾਂ ਉਹਨਾਂ ਦਾ ਸਨਮਾਨ ਕਰਦੇ ਸੀਗੇ ਇਸ ਤਰੀਕੇ ਦੇ ਨਾਲ। ਅੱਜ ਤੁਸੀਂ ਨਿਕਲੇ ਹੋਏ ਹੋ ਇੰਨੇ ਵੱਡੇ ਕਾਜ ਦੇ ਵਿੱਚ, ਹੋਰ ਵੀ ਬਹੁਤ ਅਸੀਂ ਕਹਿ ਸਕਦੇ ਹਾਂ ਪ੍ਰਚਾਰਕ ਹੈਗੇ ਨੇ ਜਾਂ ਬਹੁਤ ਅਜਿਹੇ ਸਿੱਖ ਨੇ ਜਿਹੜੇ ਗੁਰੂ ਘਰਾਂ ਦੇ ਲਈ ਜਾਂ ਬਹੁਤ ਕੁਝ ਕਰਦੇ ਨੇ। ਕੀ ਲੱਗਦਾ ਹੈ ਕਿ ਅੱਜ ਦੀ ਸਰਕਾਰ, ਅਸੀਂ SGPC ਨੂੰ ਛੱਡ ਕੇ ਜੇ ਸਰਕਾਰ ਦੀ ਗੱਲ ਕਰਦੇ ਹਾਂ ਤਾਂ ਅੱਜ ਦੀ ਸਰਕਾਰ ਇਹਨਾਂ ਪ੍ਰਚਾਰਕਾਂ ਦੀ ਕਿੰਨੀ ਕੁ ਬਾਂਹ ਫੜਦੀ ਹੈ? ਭਾਈ ਕਾਨ ਸਿੰਘ ਨਾਭਾ ਦੇ ਕੋਲੋਂ ਜਿਹੜਾ ਮਹਾਨ ਕੋਸ਼ ਲਿਖਵਾਇਆ ਗਿਆ ਸੀਗਾ, ਉਹਦੇ ਵਿੱਚ ਰਾਜੇ ਦੀ ਉਦੋਂ ਦੀ ਕਿੰਨੀ ਵੱਡੀ ਅਹਿਮੀਅਤ ਸੀਗੀ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਅੱਜ ਦੀ ਸਰਕਾਰ ਨਾਲ ਕਿੱਥੇ ਕੁ ਮੇਲ ਖਾਂਦੀਆਂ ਨੇ? ਸਰਕਾਰ ਕਿੰਨਾਂ ਨੂੰ ਹਾਈਲਾਈਟ ਕਰਨਾ ਚਾਹੁੰਦੀ ਹੈ, ਟਿਕਟੋਕ ਸਟਾਰਸ ਨੂੰ ਜਾਂ ਪ੍ਰਚਾਰਕਾਂ ਨੂੰ? ਮੈਂ ਤਾਂ ਇੱਕੋ ਗੱਲ ਕਹਾਂਗਾ ਜੀ ਕਿ ਸਾਨੂੰ ਆਪਣੇ ਨਹੀਂ ਮਾਰਿਆ, ਗੈਰਾਂ 'ਚ ਤਾਂ ਕਿਤੇ ਦਮ ਹੈ ਹੀ ਨਹੀਂ ਹੈ। ਜੇ ਸਾਡੇ ਆਪਣੇ ਨਾਲ ਖੜ ਜਾਣ, ਸਾਨੂੰ ਗੈਰਾਂ ਦੀ ਲੋੜ ਨਹੀਂ ਹੈ। ਸਾਨੂੰ ਸਰਕਾਰ, ਜਦੋਂ ਖਾਲਸਾ ਖੁਦ ਸਰਕਾਰ ਹੈ ਇੱਕ, ਤੇ ਅਸੀਂ ਗੈਰਾਂ ਅੱਗੇ ਕਿਉਂ ਹੱਥ ਅੱਡੀਏ? ਤੇ ਜੇ ਸਾਡੇ ਆਪਣੇ ਖੜ ਜਾਣ, ਸਭ ਤੋਂ ਵੱਡੀ ਸਾਡੇ ਮਹਾਰਾਜਾ ਰਣਜੀਤ ਸਿੰਘ ਵੀ ਸਰਕਾਰ ਸੀ। ਮਹਾਰਾਜਾ ਰਣਜੀਤ ਸਿੰਘ ਸਰਕਾਰ ਸੀ, ਪਰ ਉਹ ਸਾਰੀ ਕੌਮਾਂ ਨੂੰ ਇੱਕ ਅੱਖ ਨਾਲ ਦੇਖਦੇ ਸੀ, ਇਕੱਲੇ ਸਿੱਖਾਂ ਨੂੰ ਨਹੀਂ। ਉਹਨਾਂ ਨੇ ਮੁਸਲਮਾਨਾਂ ਲਈ ਵੀ ਕੰਮ ਕੀਤਾ। ਇੱਥੇ ਤੱਕ ਕੁਰਾਨ ਸ਼ਰੀਫ ਜਿਹੜੀ ਇੱਕ ਮੁਸਲਮਾਨ ਦੀ ਲਿਖੀ ਹੋਈ ਸੀ, ਉਹਨੂੰ ਵੀ ਪੂਰੇ ਸਹੀ ਸਲਾਮਤ ਲਿਆ ਕੇ ਰੱਖਿਆ। ਅੱਜ ਚਾਹੁੰਦੇ ਅਸੀਂ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਹੋਵੇ, ਪਰ ਆਵੇ ਕੌਣ? ਸਾਹਮਣੇ ਕੌਣ ਆਵੇ? ਰਾਜ ਕਰਨ ਵਾਲੇ ਤਾਂ ਅੱਜ ਵੀ ਸਿੱਖ ਘਰਾਣਿਆਂ ਚੋਂ ਹੀ ਨੇ। ਸਿੱਖ ਘਰਾਣਿਆਂ 'ਚ ਤਾਂ ਹੈਗੇ ਨੇ, ਪਰ ਇਸ ਦਾ ਨਾਲ ਕੇਸਾਂ ਨਾਲ ਖੂਨ ਕਹਾਵੇ, ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਸਾਡਾ ਰਿਸ਼ਤਾ ਖੂਨ ਤਾਂ ਇਹ ਕਹਿ ਲਈ ਗੁਰੂ ਰਾਮਦਾਸ ਮਹਾਰਾਜ ਜੀ ਦੇ ਭਰਾ ਪ੍ਰੀਤੀ ਚੰਦ ਵੀ ਸੀਗਾ, ਦਿੱਖ ਤਾਂ ਉਹਦੀ ਵੀ ਗੁਰੂ ਸਾਹਿਬਾਂ ਵਾਲੀ ਸੀਗੀ, ਪਰ ਜਿਹੜੇ ਕੇਸਾਂ ਦਾ ਰਿਸ਼ਤਾ ਗੁਰੂ ਨਾਲ ਬਣਿਆ ਨਾ, ਅੰਮ੍ਰਿਤ ਵਾਲਾ ਰਿਸ਼ਤਾ, ਸੋਚ ਗੁਰੂ ਵਾਲੀ ਹੋਵੇ, ਉਹ ਤਾਂ ਇੱਕ ਦਿਹਾੜੀ ਲਾਉਣ ਵਾਲਾ ਵੀ ਬੰਦਾ ਆ ਕੇ ਰਾਜ ਕਰ ਸਕਦਾ। ਔਰ ਕੀਤਾ ਵੀ। ਇੱਥੇ ਜਿਹੜੇ ਘੋੜਿਆਂ ਦੀ ਸੇਵਾ ਕਰਦੇ ਸੀ, ਉਹਨਾਂ ਨੇ ਆ ਕੇ ਰਾਜ ਕੀਤਾ। ਮਤਲਬ ਕਿ ਸਾਨੂੰ ਹਲੇ ਤੱਕ ਇਹ ਹੀ ਨਹੀਂ ਪਤਾ ਲੱਗਿਆ ਵੀ ਸਾਡੀ ਕੌਮ 'ਚ ਕੰਮ ਕਰਨ ਵਾਲਾ ਕੌਣ ਆ ਤੇ ਨਾ ਕੰਮ ਕਰਨ ਵਾਲਾ ਕੌਣ ਹੈ।
ਵੈਸੇ ਮੈਂ ਕਿ ਪਟਿਆਲਾ ਯੂਨੀਵਰਸਿਟੀ ਦੀ ਵੀ ਤੁਸੀਂ ਗੱਲ ਕੀਤੀ ਹੈ ਕਿ ਉਹਨਾਂ ਦੇ ਕੋਲੋਂ ਵੇਰਵਾ ਨਹੀਂ ਮਿਲਦਾ ਹੈਗਾ, ਪੂਰਾ ਜਿਹੜਾ ਆ ਰੂਟ ਮੈਪ ਨਹੀਂ ਮਿਲਦਾ। ਕਾਰਨ ਕੀ ਹੈ? ਪਟਿਆਲਾ ਯੂਨੀਵਰਸਿਟੀ ਦੀ ਗੱਲ ਕਰਦੇ ਹਾਂ ਤਾਂ ਬਹੁਤ ਸਾਰੇ ਪੈਸਿਆਂ ਦੇ ਥੱਲੇ ਆਈ ਹੋਈ ਹੈ ਯੂਨੀਵਰਸਿਟੀ। ਉੱਥੋਂ ਦੇ ਜਿਹੜੇ ਟੀਚਰ ਨੇ ਉਹ ਜਿਹੜੇ ਨੇ ਹੜਤਾਲਾਂ 'ਤੇ ਨੇ, ਔਰ ਇੱਥੋਂ ਤੱਕ ਕਿ ਜਿਹੜੇ ਸਹਾਇਕ ਟੀਚਰ ਰੱਖੇ ਹੋਏ ਨੇ ਉਹ ਕੋਈ 10-10 15-15 ਹਜ਼ਾਰ ਤਨਖਾਹਾਂ 'ਤੇ ਪਿਛਲੇ 20-25 ਸਾਲ ਤੋਂ ਕੰਮ ਕਰ ਰਹੇ ਨੇ। ਅਜਿਹੇ ਅਧਿਆਪਕ ਜਿਨ੍ਹਾਂ ਦਾ ਖੁਦ ਦਾ ਆਪਣਾ ਖਰਚਾ ਨਹੀਂ ਪੂਰਾ ਹੁੰਦਾ, ਕਿਉਂਕਿ ਸਰਕਾਰਾਂ ਤਾਂ ਉਹਨਾਂ ਨੂੰ ਪੈਸੇ ਨਹੀਂ ਦੇ ਰਹੀਆਂ, ਹਜੇ ਤੱਕ ਲਮਕਾਇਆ ਹੋਇਆ ਨਾ ਇਹ ਮੁੱਦਾ ਸਾਰਿਆਂ ਦੇ ਸਾਹਮਣੇ ਆ ਕਿ ਕਿੰਨੇ ਕਰੋੜ ਦੇ ਥੱਲੇ ਆਈ ਹੋਈ ਹੈ ਯੂਨੀਵਰਸਿਟੀ, ਪਟਿਆਲਾ ਯੂਨੀਵਰਸਿਟੀ, ਜਿਸ ਨੇ ਇਹ ਕਾਰਜ ਕਰਨੇ ਸੀਗੇ। ਜਦੋਂ ਯੂਨੀਵਰਸਿਟੀਆਂ ਦੇ ਕੋਲ ਪੈਸਾ ਨਹੀਂ ਪੁੱਜਦਾ ਕੀਤਾ ਗਿਆ ਸਰਕਾਰ ਦੇ ਵੱਲੋਂ, ਉਹਨਾਂ ਨੂੰ ਕੋਈ ਫੰਡ ਨਹੀਂ ਮੁਹੱਈਆ ਕਰਵਾਏ ਗਏ, ਸੋ ਕੰਮ ਕਿੱਦਾਂ ਹੋਣਗੇ? ਕੰਮ ਤਾਂ ਹੁਣ ਰੱਬ ਭਰੋਸੇ ਚੱਲੀ ਜਾਂਦੇ ਨੇ ਜੀ। ਕੰਮ ਕਿੱਦਾਂ ਹੋਣਗੇ? ਕੰਮ ਤਾਂ ਸਾਨੂੰ ਉੱਠਣਾ ਪਊਗਾ। ਜਦੋਂ ਵੀ ਕਿਤੇ ਐਸੀਆਂ ਮੁਸੀਬਤਾਂ ਆਈਆਂ ਨੇ ਤੇ ਸਿੱਖ ਤਾਂ ਆਪ ਹੀ ਉੱਠਦੇ ਰਹੇ ਨੇ, ਤੇ ਸਾਡੇ ਨਾਲ ਕਿਹੜਾ ਪਹਿਲਾਂ ਤਾਂ ਸਾਡੇ ਪਰਿਵਾਰ ਵਾਲੇ ਨੂੰ ਨਾਲ ਚੱਲਣਾ ਚਾਹੀਦਾ ਹੈ। ਜੇ ਅਸੀਂ ਚੱਲ ਪਵਾਂਗੇ ਨਾ ਜੀ, ਗੁਰੂ ਦਾ ਆਸਰਾ ਲੈ ਕੇ ਖੁਦ ਹੀ ਚੱਲ ਪਈਏ ਤਾਂ ਕੰਮ ਹੋਣੇ ਨੇ। ਜੇ ਕਿਸੇ ਦੇ ਭਰੋਸੇ ਵੇਖੀਏ ਕੰਮ ਤਾਂ ਨਹੀਂ ਹੋਣਾ। ਪਰ ਮੈਂ ਫਿਰ ਵੀ ਗੱਲ ਕਹਾਂਗਾ, ਅੱਜ ਵੀ ਯੂਨੀਵਰਸਿਟੀ ਦੇ ਵਿੱਚ ਐਦਾਂ ਦੇ ਵੀਰ ਬੈਠੇ ਨੇ ਜਿਨ੍ਹਾਂ ਦੀ ਵਾਹ ਨਹੀਂ ਚੱਲਦੀ, ਕਰਨਾ ਤਾਂ ਚਾਹੁੰਦੇ ਨੇ। ਸ਼੍ਰੋਮਣੀ ਕਮੇਟੀ ਵਿੱਚ ਵੀ ਉੱਦਾਂ ਦੇ ਹੀਰੇ ਬੰਦੇ ਬੈਠੇ ਨੇ ਜਿਹੜੇ ਕਰਨਾ ਤਾਂ ਚਾਹੁੰਦੇ ਨੇ ਪਰ ਕਰ ਨਹੀਂ ਸਕਦੇ। ਤੁਸੀਂ ਜਿਵੇਂ ਕਿ ਆ ਪਰਿਵਾਰ ਨੂੰ ਨਾਲ ਚੱਲਣਾ ਚਾਹੀਦਾ, ਤੁਹਾਡਾ ਪਰਿਵਾਰ ਵੀ ਨਾਲ ਹੀ ਹੈਗਾ ਆ, ਤੁਹਾਨੂੰ ਪਰਿਵਾਰ ਦੀ ਕਿੰਨੀ ਕੁ ਸਪੋਰਟ ਹੈਗੀ? ਮੈਂ ਜਿੰਨੀ ਪਰਿਵਾਰ ਦੀ ਮੈਨੂੰ ਸਪੋਰਟ ਆ, ਮੈਨੂੰ ਲੱਗਦਾ ਕਿਸੇ ਨੂੰ ਹੋਣੀ ਨਹੀਂ ਹੈ। ਅਸੀਂ ਕੰਮ ਵੀ ਤੁਸੀਂ ਕਿਹਾ ਸੀ ਛੱਡਿਆ ਹੋਇਆ, ਕਿੱਦਾਂ ਫਿਰ ਕੰਮ? ਨਹੀਂ, ਮੇਰਾ ਕੰਮ ਹੈਗਾ ਛੋਟਾ ਜਿਹਾ, ਮੇਰਾ ਪ੍ਰੀ ਵੈਡਿੰਗ ਸ਼ੂਟ ਦਾ ਹੈਗਾ। ਲੋਕ ਫੋਟੋਆਂ ਖਿੱਚਦੇ ਨੇ ਆ ਕੇ, ਉਹ ਛੋਟਾ ਜਿਹਾ ਮੇਰਾ ਹੈਗਾ। ਯੂਪੀ ਦੇ ਵਿੱਚ ਹੀ ਪਾਪਾ ਜੀ ਖੇਤੀ ਕਰਦੇ ਨੇ, ਛੋਟਾ ਭਰਾ ਜਿਹੜਾ ਹੈਗਾ ਉਹਦੀ ਵਰਕਸ਼ਾਪ ਹੈਗੀ ਹੈ, ਤੇ ਮਿਸਿਸ ਮੇਰੇ ਪੜ੍ਹਾਉਂਦੇ ਰਹੇ ਨੇ, ਤੇ ਆਪਣਾ ਦਾਣਾ ਪਾਣੀ ਜਿਹੜਾ ਉਹ ਘਰ ਦਾ ਚੱਲੀ ਜਾਂਦਾ। ਪਰ ਪੰਥ ਲਈ ਜਿਹੜਾ ਮੈਂ ਨੌਕਰੀ ਛੱਡ ਕੇ ਨਿਕਲਿਆ ਹੋਇਆ, ਉਹ ਇੱਕ ਇਹ ਕਹਿ ਲਈਏ ਕਿ ਆਪਣੇ ਇਤਿਹਾਸ ਦੇ ਨਾਲ ਇਸ਼ਕ ਹੋ ਜਾਂਦਾ, ਆਪਣੇ ਗੁਰੂਆਂ ਦੇ ਨਾਲ, ਕਿ ਨੀਂਦ ਨਹੀਂ ਆਉਂਦੀ ਜਦ ਤੱਕ ਕੋਈ ਨਵਾਂ ਸਥਾਨ ਨਹੀਂ ਲੱਭ ਲੈਂਦੇ। ਅੱਜ ਅਸੀਂ ਇੱਥੋਂ ਇਤਿਹਾਸ ਲੱਭ ਕੇ ਚੱਲਿਆ ਘਰ, ਉਦੋਂ ਤੱਕ 2-3 ਦਿਨ ਨੀਂਦ ਨਹੀਂ ਆਉਣੀ ਜਦੋਂ ਤੱਕ ਅਸੀਂ ਅਗਲੇ ਇਤਿਹਾਸ ਦਾ ਟਾਰਗੇਟ ਨਹੀਂ ਬੰਦ ਲੈਂਦੇ। ਬਸ ਇੱਕ ਇਹ ਕਹਿ ਲਈਏ ਕਿ ਜ਼ਿੰਦਗੀ ਦਾ ਇੱਕ ਇਹ ਫੈਸਲਾ ਹੀ ਲੈ ਚੁੱਕੇ ਹਾਂ ਵੀ ਜਦੋਂ ਜਾਨ ਨਿਕਲੇ, ਇਤਿਹਾਸ ਤੇ ਖੋਜ ਕਰਦਿਆਂ ਹੋਏ, ਕਿਸੇ ਗੁਰਧਾਮ ਤੇ ਜਾਂਦੇ ਹੋਏ ਦੀ ਜਾਨ ਨਿਕਲੇ, ਉਦੋਂ ਤੱਕ ਅਸੀਂ ਆਪਣਾ ਸਫ਼ਰ ਜਾਰੀ ਰੱਖਾਂਗੇ। ਅਸੀਂ ਤਾਂ ਆਪਣੀ ਕਹਿ ਸਕਦੇ ਹਾਂ ਗੱਲ। ਤੇ ਵੈਸੇ ਜੇ ਆਪਾਂ ਇਹ ਕਹਿ ਲਈਏ ਕਿ ਸਾਹਮਣੇ ਚਿੱਕੜ ਪਿਆ, ਚਿੱਕੜ ਕਿਹਨੇ ਸਿੱਟਿਆ, ਉਹਦੇ ਵਿੱਚ ਵੱਟਾ ਮਾਰਾਂਗੇ ਤਾਂ ਚਿੱਕੜ ਸਾਡੇ 'ਤੇ ਆਉਣਾ। ਅਸੀਂ ਸਾਫ਼ ਪਾਣੀ ਚੱਲ ਰਹੇ ਹਾਂ ਤੇ ਸਾਫ਼ ਪਾਣੀ ਸੰਗਤਾਂ ਅੱਗੇ ਲਿਆਉਂਦੇ ਰਵਾਂਗੇ ਜੀ, ਤੇ ਚਿੱਕੜ ਵੱਲ ਅਸੀਂ ਧਿਆਨ ਹੀ ਨਹੀਂ ਦੇਣਾ। ਜਿੱਦਣ ਸਾਫ਼ ਪਾਣੀ ਦਾ ਬੰਨ੍ਹ ਜਦੋਂ ਚਿੱਕੜ ਵਾਲੀ ਪਾਣੀ 'ਚ ਪੈ ਗਿਆ ਆ ਕੇ, ਉਹ ਚਿੱਕੜ ਕਿਤੇ ਰੁੜ ਜਾਣਾ ਤੇ ਦੋਨੇ ਜਗ੍ਹਾ 'ਤੇ ਪਾਣੀ ਸਾਫ਼ ਹੋ ਜਾਣਾ। ਸੋ ਇਤਿਹਾਸ ਦੇ ਨਾਲ ਮੁਹੱਬਤ ਹੈਗੀ ਆ, ਇਤਿਹਾਸ ਖੋਜਣਾ ਆ, ਦਿਨ ਰਾਤ ਤਾਂਘ ਇਹੀ ਹੁੰਦੀ, ਤਲਬ ਇਹੀ ਹੁੰਦੀ ਹੈ ਕਿ ਅਸੀਂ ਇਹ ਇਤਿਹਾਸ ਨੂੰ ਸਾਡੇ ਸਿੱਖਾਂ ਤੱਕ ਪਹੁੰਚਾਉਣਾ ਆ। ਔਰ ਬੇਸ਼ੱਕ ਆਪਣੀਆਂ ਨੌਕਰੀਆਂ ਵੀ ਛੱਡੀਆਂ ਹੋਈਆਂ ਨੇ, ਬੇਸ਼ੱਕ ਘਰ ਦਾ ਗੁਜ਼ਾਰਾ ਜਿਹੜਾ ਆ ਪਰਿਵਾਰਕ ਮੈਂਬਰ ਕਰ ਰਹੇ ਨੇ। ਸੋ ਖੋਜੀ ਸਾਹਿਬ ਜਿਹੜੇ ਨੇ, ਸਿੰਘ ਜਿਹੜੇ ਨੇ, ਇਹਨਾਂ ਦੀ ਜਿਹੜੀ ਅਸੀਂ ਕਹਿ ਸਕਦੇ ਹਾਂ ਘਾਲਣਾ ਹੈਗੀ ਆ, ਇਹ ਕਿਸੇ ਦਿਨ ਜ਼ਰੂਰ ਰੰਗ ਲਿਆਊਗੀ। ਤਾਂ ਇਤਿਹਾਸ ਨੂੰ ਖੋਜਦੇ ਹੋਏ ਬਹੁਤ ਕੁਛ ਜਿਹੜਾ ਅਸੀਂ ਕਹਿ ਲਈਏ ਕਿ ਖਤਮ ਹੋ ਚੁੱਕਿਆ ਹੈ, ਜਿਵੇਂ ਜ਼ਮੀਨ ਦੋਜ਼ ਹੋ ਚੁੱਕਿਆ ਹੈ, ਤੇ ਉਹ ਸਾਡੇ ਅੱਗੇ ਜ਼ਰੂਰ ਸਾਹਮਣੇ ਆਵੇਗਾ। ਤੁਸੀਂ ਦੇਖ ਰਹੇ ਹੋ KTV UK, ਕੈਮਰਾਮੈਨ ਗੁਰਦਿਆਲ ਦੇ ਨਾਲ ਕੁਲਵਿੰਦਰ ਕੌਰ।